टीवी पंजाब देखने वाले सारे दर्शकों का एक बार फिर मैं मनदीप सिंह टुट स्वागत करदा ते असीं लैके हाज़र आ रोज़ाना की तरह एक खास पेशकश जिहदे विच असीं खास खबरां ते चर्चा करते हैं और खास खबरां असीं ओह चुनदे जिन्हां दा आम लोकां नाल सीधा सरोकार हुंदा। और मेरे नाल हर रोज़ की तरह मेरे सहयोगी जलंधर तो जसवीर जी जुड़े हुए ने। जसवीर जी बहुत बहुत स्वागत है जी तुहाडा। शुक्रिया मनदीप जी और टीवी पंजाब देखने वाले तमाम व्यूअर्स नूं सत श्री अकाल, आदाब, नमस्कार जी। जसवीर जी कल ਆਪਾਂ ਕਾਫੀ ਵਿਸਤਾਰ ਨਾਲ ਸੁਮੇਧ ਸੈਣੀ ਮਸਲੇ ਤੇ ਚਰਚਾ ਕੀਤੀ ਸੀ ਔਰ ਉਹ ਮਸਲਾ ਸੀ ਜਿਹੜਾ ਮੁਲਤਾਨੀ ਵਾਲਾ ਕੇਸ ਸੀ ਔਰ ਇੱਕ ਜਿਹੜਾ ਹੋਰ ਅਗਵਾ ਕੇਸ ਜਿਹੜਾ ਸੀ ਉਹਦਾ ਤੇ ਚੱਲ ਰਿਹਾ ਸੀ। ਅੱਜ ਵੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਸੁਮੇਧ ਸੈਣੀ ਹੋਣਾ ਦੇ ਮਸਲੇ ਤੋਂ, ਪਰ ਅੱਜ ਜਿਹੜਾ ਮਸਲਾ ਉਹ ਹੈਗਾ ਬਹਿਬਲ ਕਲਾ ਕੁੜੀ ਕਾਂਡ ਦਾ। ਇੱਥੇ ਦੋ ਸਿੱਖ ਜਿਹੜੇ ਸੀ ਸ਼ਹੀਦ ਹੋ ਗਏ ਸੀ ਪੁਲਿਸ ਦੀ ਗੋਲੀ ਨਾਲ। ਸੋ ਕੱਲ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਕੋਰਟ 'ਚ ਹਾਜ਼ਰ ਹੋਣਾ ਸੀ, ਪੇਸ਼ੀ ਸੀ ਔਰ ਉੱਥੇ ਉਹਨਾਂ ਨੇ ਆਪਣਾ ਪੱਖ ਰੱਖਣਾ ਸੀ ਇਸ ਮਸਲੇ ਉੱਤੇ। ਸੋ ਸੁਣਿਆ ਕਿ ਕੱਲ ਵੀ ਜਿਹੜਾ ਸੁਮੇਧ ਸੈਣੀ ਲਈ ਉਸ ਅਦਾਲਤ ਵਿੱਚ ਵੀ ਦਿਨ ਕੁਛ ਬਹੁਤਾ ਵਧੀਆ ਨਹੀਂ ਰਿਹਾ। ਕਹਿੰਦੇ ਹੁੰਦੇ ਨੇ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਮੈਨੂੰ ਲੱਗਦਾ ਕਿ ਸੁਮੇਧ ਸੈਣੀ ਲਈ ਹੁਣ ਇਹੋ ਕੁਝ ਹੁੰਦਾ ਨਜ਼ਰ ਆ ਰਿਹਾ ਹੈ। ਇੱਕ ਕੇਸ ਦੇ ਵਿੱਚ ਉਹ ਅਜੇ ਭੱਜ ਨੱਠ ਕਰਦਾ ਪਿਆ, ਲੁਕਦਾ ਛਿਪਦਾ ਨਜ਼ਰ ਆ ਰਿਹਾ, ਤੇ ਦੋ ਕੇਸ ਹੋਰ ਉਹਦੇ ਸਿਰ ਦੇ ਉੱਤੇ ਆਣ ਕੇ ਪੈ ਗਿਆ। ਇੱਕ ਤਾਂ ਆਪਾਂ ਕੱਲ ਜ਼ਿਕਰ ਛੇੜਿਆ ਸੀਗਾ ਕਿ 3 ਲੋਕਾਂ ਦੇ ਅਗਵਾ ਦਾ 26 ਸਾਲ ਪੁਰਾਣਾ ਕੇਸ ਹੋਰ ਨਿਕਲ ਕੇ ਸਾਹਮਣੇ ਆ ਗਿਆ। ਉਸ ਮਾਮਲੇ 'ਚ ਵੀ ਨੋਟਿਸ ਹੋ ਗਿਆ ਸੁਮੇਧ ਸਿੰਘ ਸੈਣੀ ਨੂੰ। ਪਰ ਵੱਡਾ ਮਸਲਾ ਜਿਹਦੇ ਨਾਲ ਪੂਰੇ ਪੰਜਾਬ ਦੀ ਆਸਥਾ ਵੀ ਜੁੜੀ ਹੋਈ ਆ, ਪੂਰੇ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਵੀ ਜੁੜਿਆ ਹੋਇਆ, ਉਹ ਹੈ ਬੇਅਦਬੀ ਮਾਮਲਾ। ਤੇ ਬੇਅਦਬੀ ਮਾਮਲੇ ਤੋਂ ਬਾਅਦ ਸ਼ਾਂਤਮਈ ਰੋਸ ਧਰਨਾ ਦੇ ਰਿਹਾ ਸਿੱਖਾਂ ਦੇ ਉੱਤੇ ਪੁਲਿਸ ਦੇ ਵੱਲੋਂ ਚਲਾਈਆਂ ਗਈਆਂ ਅੰਨ੍ਹੇਵਾਹ ਗੋਲੀਆਂ ਤੇ ਉਸ ਗੋਲੀ ਕਾਂਡ ਦੇ ਵਿੱਚ 2 ਸਿੰਘਾਂ ਦਾ ਸ਼ਹੀਦ ਹੋਣਾ। ਹੁਣ ਇਸ ਮਾਮਲੇ 'ਚ ਆਪਾਂ ਕੱਲ ਜ਼ਿਕਰ ਛੇੜਿਆ ਸੀਗਾ ਕਿ ਜਿਹੜੇ ਇੰਸਪੈਕਟਰ ਪ੍ਰਦੀਪ ਹੋਰੀ ਨੇ ਉਹਨਾਂ ਨੇ ਵਾਅਦਾ ਮੁਆਫ ਗਵਾਹ ਬਣਨ ਦੀ ਗੱਲ ਕਬੂਲ ਕਰ ਲਈ ਹੈ ਤੇ ਆਪਣਾ ਬਿਆਨ ਵੀ ਕਲਮਬੱਧ ਕਰਵਾ ਲਿਆ। ਕੱਲ ਅਦਾਲਤ ਦੇ ਵਿੱਚ ਉਹ ਬਿਆਨ ਜਿਹੜਾ ਆ ਉਹ ਬਕਾਇਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਸੌਂਪ ਦਿੱਤਾ ਗਿਆ। ਸੀਲਬੰਦ ਲਿਫਾਫੇ ਤੋਂ ਕੱਢ ਕੇ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਭਾਈ ਆਹ ਚੀਜ਼ ਦਾ ਬਿਆਨ ਇਹਨਾਂ ਨੇ ਦਿੱਤਾ ਹੈ, ਤੇ ਕੁੰਵਰ ਵਿਜੇ ਪ੍ਰਤਾਪ ਨੇ ਵੀ ਉਸ ਬਿਆਨ ਦੇ ਉੱਤੇ ਸਹਿਮਤੀ ਜਿਹੜੀ ਆ ਉਹ ਜਤਾ ਦਿੱਤੀ ਆ। ਹੁਣ ਬਿਆਨ ਦੇ ਵਿੱਚ ਕੀ ਹੈ? ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਨੇ ਬਾਹਰ ਨਿਕਲ ਕੇ ਅਦਾਲਤ ਤੋਂ ਮੀਡੀਆ ਸਾਹਮਣੇ ਇੱਕ ਵੀ ਸ਼ਬਦ ਬੋਲਣ ਤੋਂ ਇਨਕਾਰ ਕਰ ਦਿੱਤਾ, ਭੇਤ ਨਹੀਂ ਖੋਲਿਆ ਉਸ ਬਿਆਨ ਦਾ। ਪਰ ਅੰਦਰੋਂ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਉਹ ਇਹ ਕਿ ਪ੍ਰਦੀਪ ਕੁਮਾਰ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਗੋਲੀ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਕੋਈ ਹੋਰ ਨਹੀਂ ਸੀ, ਬਲਕਿ ਸੁਮੇਧ ਸਿੰਘ ਸੈਣੀ ਸੀ ਤੇ ਪਰਮਰਾਜ ਸਿੰਘ ਉਮਰਾ ਨੰਗਲ ਸੀ। ਇਹਨਾਂ ਦੋਨਾਂ ਦੇ ਉੱਤੇ ਹੀ ਉਂਗਲ ਉਹਨੇ ਧਰ ਦਿੱਤੀ ਆ, ਜਿਹਦੇ ਤੋਂ ਬਾਅਦ ਕਹਿ ਸਕਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਵੀ ਹੁਣ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਜਾਣਗੀਆਂ। ਤੇ ਪਿਛਲੇ ਕੁਝ ਸਮੇਂ ਤੋਂ ਪਰਮਰਾਜ ਸਿੰਘ ਉਮਰਾ ਨੰਗਲ ਜਿਹੜਾ ਬਚ ਬਚਾ ਕਰਦਾ ਪਿਆ ਆਪਣਾ, ਹੁਣ ਉਹਦੀਆਂ ਵੀ ਮੁਸ਼ਕਲਾਂ ਜਿਹੜੀਆਂ ਲਗਭਗ ਵੱਧ ਸਕਦੀਆਂ ਨੇ। ਇਹਦੇ ਵਿੱਚ ਇੱਕ ਨੁਕਤਾ ਜ਼ਰੂਰ ਹੈ, ਹੁਣ ਥੋੜੀ ਜਿਹੀ ਦਿੱਕਤ ਇਸ ਗੱਲ ਦੀ ਰਹੇਗੀ ਕਿ ਪ੍ਰਦੀਪ ਵਾਅਦਾ ਮੁਆਫ ਗਵਾਹ ਬਣਿਆ ਆ, ਉਹਨੂੰ ਲੈ ਕੇ ਕਿੰਤੂ ਪਰੰਤੂ ਹੋਣੇ ਜ਼ਰੂਰ ਹੋ ਗਏ, ਕਿਉਂਕਿ ਕ੍ਰਿਸ਼ਨ ਭਗਵਾਨ ਦੇ ਭਰਾ ਨੇ ਰੇਸ਼ਮ ਸਿੰਘ ਨੇ, ਆਪਾਂ ਕੱਲ ਵੀ ਜ਼ਿਕਰ ਛੇੜਿਆ ਸੀ ਰੇਸ਼ਮ ਸਿੰਘ ਦਾ, ਉਹਨੇ ਅਰਜ਼ੀ ਦਿੱਤੀ ਹੈ ਕਿ ਭਾਈ ਕਿਉਂਕਿ ਪ੍ਰਦੀਪ ਖੁਦ ਇੱਕ ਮੁੱਖ ਮੁਲਜ਼ਮ ਹੈਗਾ ਹੈ ਇਸ ਗੋਲੀਕਾਂਡ ਮਾਮਲੇ ਦੇ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਮੈਂ ਚਸ਼ਮਦੀਦ ਗਵਾਹ ਆ, ਸਿੱਖਾਂ ਨੂੰ ਭੜਕਾਉਣ ਵਾਲਾ ਔਰ ਗੋਲੀ ਤੱਕ ਦੀ ਨੌਬਤ ਲਿਆਉਣ ਵਾਲਾ, ਸਿੱਖਾਂ ਨਾਲ ਅਪਸ਼ਬਦ ਬੋਲਣ ਵਾਲਾ, ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਿਹਾ ਨਾਲ ਇਹ ਪ੍ਰਦੀਪ ਹੀ ਤਾਂ ਸੀਗਾ। ਤੇ ਜੇ ਇਹਨੂੰ ਤੁਸੀਂ ਵਾਅਦਾ ਮਾਫ ਗਵਾਹ ਬਣਾ ਲਈ ਤੇ ਜਾਇਜ਼ ਨਹੀਂ ਹੋਏਗਾ। ਹੁਣ ਇਹ ਕੁੰਡੀ ਇੱਥੇ ਫਸਦੀ ਨਜ਼ਰ ਆ ਰਹੀ ਹੈ, ਪਰ ਇਸ ਕੁੰਡੀ ਦੇ ਵਿੱਚ ਵੀ ਇੱਕ ਹੋਰ ਕੁੰਡੀ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਉਹਦਾ ਭਰਾ ਤਾਂ ਕ੍ਰਿਸ਼ਨ ਭਗਵਾਨ ਦਾ ਕਹਿੰਦਾ ਆ ਕਿ ਪ੍ਰਦੀਪ ਹੀ ਜਿਹੜਾ ਆ ਉਹ ਮੁੱਖ ਦੋਸ਼ੀ ਹੈ, ਇਸ ਕਰਕੇ ਵਾਅਦਾ ਮਾਫ ਗਵਾਹ ਇਹ ਨਹੀਂ ਬਣਨਾ ਚਾਹੀਦਾ। ਜਦਕਿ ਕ੍ਰਿਸ਼ਨ ਭਗਵਾਨ ਦਾ ਬੇਟਾ ਕਰਨ ਸੁਖਰਾਜ ਸਿੰਘ ਉਹ ਇਹ ਕਹਿੰਦਾ ਆ ਕਿ ਅਸੀਂ ਪ੍ਰਦੀਪ ਦੇ ਬਿਆਨ ਨਾਲ ਬਿਲਕੁਲ ਸਹਿਮਤ ਹਾਂ ਤੇ ਜਿੱਦਾਂ ਕਾਰਵਾਈ ਚੱਲਦੀ ਪਈ ਆ ਉਦਾਂ ਚੱਲਦੀ ਰਹਿਣੀ ਚਾਹੀਦੀ ਆ। ਔਰ ਵਕੀਲ ਦਾ ਇਹ ਦਾਅਵਾ ਹੈ ਕਿ ਪਰਿਵਾਰ ਦੀ ਆਪਸੀ ਜਿਹੜੀ ਰੰਜਿਸ਼ ਹੈਗੀ ਆ, ਆਪਸ ਦਾ ਥੋੜਾ ਜਿਹਾ ਝਗੜਾ ਹੈਗਾ, ਜਿਸ ਕਰਕੇ ਇਹ ਸਾਰਾ ਕੁਝ ਹੁੰਦਾ ਪਿਆ। ਹੁਣ ਇਹ ਨੁਕਤਾ ਜਿਹੜਾ ਆ ਕੇਸ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਪਾਉਂਦਾ ਆ, ਰੇਸ਼ਮ ਸਿੰਘ ਹੋਰਾਂ ਦੀ ਅਰਜ਼ੀ ਜਿਹੜੀ ਆ ਉਹ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ, ਫਿਲਹਾਲ ਬਾਅਦ ਦੀਆਂ ਗੱਲਾਂ ਨੇ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਮਾਮਲੇ 'ਚ ਮੁੱਖ ਮੁਲਜ਼ਮ ਪ੍ਰਦੀਪ ਦੇ ਵੱਲੋਂ ਸੁਮੇਧ ਸੈਣੀ ਨੂੰ ਤੇ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਦੱਸਿਆ ਜਾਂਦਾ ਆ, ਤੇ ਫਿਰ ਜ਼ਾਹਿਰ ਤੌਰ ਤੇ ਇਹਨਾਂ ਦੋਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਪਰ ਇੱਕ ਇੱਥੇ ਮਸਲਾ ਇਹ ਹੈ ਮਨਦੀਪ ਜੀ ਕਿ ਪ੍ਰਦੀਪ ਨੂੰ ਸਿਰਫ ਤੇ ਸਿਰਫ ਜਿਹੜੇ ਆਪਣੇ ਵੱਡੇ ਅਫਸਰਾਂ ਦਾ ਹੀ ਪਤਾ ਹੋਏਗਾ ਕਿ ਸੁਮੇਧ ਸਿੰਘ ਸੈਣੀ ਦੀ ਕਿੰਨੀ ਭੂਮਿਕਾ ਆ, ਜੇ ਉਹ ਬਿਆਨ ਦੇ ਵਿੱਚ ਇਹ ਗੱਲ ਲਿਖਦਾ, ਪਰਮਰਾਜ ਉਮਰਾ ਨੰਗਲ ਦੀ ਕਿੰਨੀ ਭੂਮਿਕਾ।
ਪਰ ਇੱਥੇ ਇਹ ਗੱਲ ਸਾਨੂੰ ਧਿਆਨ ਦੇਣੀ ਪਵੇਗੀ ਕਿ ਇਹ ਮਸਲਾ ਇੱਥੇ ਤੱਕ ਨਹੀਂ ਹੈ। ਜਾਂ ਤਾਂ ਇਹਨੂੰ ਸਿਰਫ ਇਹਨਾਂ 2 ਪੁਲਿਸ ਅਫਸਰਾਂ ਤੱਕ ਸੀਮਤ ਕਰਕੇ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ, ਕਿ ਸਫੇਦ ਪੋਸ਼ਾਂ ਤੱਕ ਉਂਗਲ ਨਾ ਪਹੁੰਚੇ, ਕਾਨੂੰਨ ਦੇ ਹੱਥ ਨਾ ਪਹੁੰਚਣ, ਤੇ ਜਾਂ ਫਿਰ ਜਾਣ ਬੁੱਝ ਕੇ ਇੱਥੋਂ ਤੱਕ ਹੀ ਰੱਖ ਕੇ ਗੱਲ ਆਈ ਗਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਜਦੋਂ ਸੁਮੇਧ ਸਿੰਘ ਸੈਣੀ ਤੇ ਪਰਮਰਾਜ ਉਮਰਾ ਨੰਗਲ ਤੋਂ ਪੁੱਛਗਿੱਛ ਕੀਤੀ ਜਾਏਗੀ ਸਖਤੀ ਦੇ ਨਾਲ, ਉਹ ਦੱਸਣਗੇ ਕਿ ਕੀ ਸਾਰੇ ਫੈਸਲੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਲੈ ਲਏ। ਉਹ ਜਿਹੜੀਆਂ ਜਾਂਚ ਦੇ ਵਿੱਚ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ, ਜਿਹੜੇ ਕਮਿਸ਼ਨ ਬਣੇ ਸੀਗੇ, ਜਿਹੜੇ ਕਮਿਸ਼ਨ ਕਹਿੰਦੇ ਸੀਗੇ ਕਿ ਭਾਈ ਉਸ ਸਮੇਂ ਦੇ ਮੁੱਖ ਮੰਤਰੀ ਨਾਲ ਡੀਜੀਪੀ ਦੀ ਵਾਰ-ਵਾਰ ਗੱਲਬਾਤ ਹੋ ਰਹੀ ਸੀਗੀ, ਉੱਥੋਂ ਦੇ ਹਲਕੇ ਦੇ ਵਿਧਾਇਕ ਨਾਲ ਕਈ ਵਾਰ ਫੋਨ ਤੇ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ, ਉਹਨਾਂ ਫਿਰ ਗੱਲਾਂ ਬਾਤਾਂ ਦੇ ਕੀ ਮਾਇਨੇ ਨੇ? ਕੀ ਮੰਨ ਲਿਆ ਜਾਵੇ ਕਿ ਉਸ ਸਮੇਂ ਦੀ ਸਰਕਾਰ ਤੋਂ ਬਾਹਰੇ ਹੋ ਕੇ ਸੁਮੇਧ ਸੈਣੀ ਤੇ ਪਰਮਰਾਜ ਉਮਰਾ ਨੰਗਲ ਨੇ ਇਹ ਸਾਰਾ ਕੁਝ ਕੀਤਾ? ਇਹ ਹੋ ਹੀ ਨਹੀਂ ਸਕਦਾ। ਕਿਤੇ ਨਾ ਕਿਤੇ ਉਧਰ ਵੀ ਉਂਗਲ ਉੱਠੇਗੀ ਤੇ ਉੱਥੋਂ ਤੱਕ ਵੀ ਜਿਹੜੀ ਆ ਉਹ ਗੱਲਬਾਤ ਪਹੁੰਚੇਗੀ। ਪਰ ਸੰਭਾਵਨਾ ਇੱਥੇ ਇਹ ਲੱਗਦੀ ਕਿ ਪ੍ਰਦੀਪ ਦੇ ਬਿਆਨ ਕੱਲੇ ਸੈਣੀ ਤੇ ਉਮਰਾ ਨੰਗਲ ਤੱਕ ਸੀਮਤ ਰਹਿ ਜਾਂਦੇ ਆ। ਇਹ ਜਦੋਂ ਉਮਰਾ ਨੰਗਲ ਤੇ ਸੈਣੀ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚੰਗੀ ਤਰੀਕੇ ਨਾਲ ਪੁਸ਼ਤ ਪਨਾਹੀ ਕੀਤੀ ਜਾਏਗੀ, ਇਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ, ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਹੱਥ ਬਹੁਤ ਦੂਰ ਤੱਕ ਜਾਣਗੇ ਜਾਂ ਜਾਂਦਿਆਂ ਨੂੰ ਰੋਕ ਲਿਆ ਜਾਏਗਾ। ਇਹ ਫਿਲਹਾਲ ਜਿਹੜਾ ਆ ਉਹ ਨੀਅਤ ਤੇ ਨੀਤੀ ਤੇ ਨਿਰਭਰ ਕਰਦਾ ਹੈ, ਕਿਉਂਕਿ ਜਿੰਨੀ ਕੁ ਨੀਤੀ ਤੇ ਨੀਅਤ ਠੀਕ ਹੋਏਗੀ ਇਸ ਵੇਲੇ ਮੌਜੂਦਾ ਸਰਕਾਰ ਦੀ, ਉਸੇ ਤਰੀਕੇ ਨਾਲ ਇਹ ਜਾਂਚ ਅੱਗੇ ਵਧੇਗੀ। ਵਰਨਾ ਤਾਂ ਜਿਹੜਾ ਆ 29-30 ਸਾਲ ਪੁਰਾਣਾ ਕੇਸ, ਉਹਦੇ ਵਿੱਚ ਭਗੌੜਾ ਹੋਇਆ ਹੀ ਹੈ। ਇੱਥੇ ਸੁਮੇਧ ਸਿੰਘ ਸੈਣੀ, ਉਹਨੂੰ ਲੱਭਿਆ ਹੀ ਨਹੀਂ ਜਾ ਰਿਹਾ ਅਜੇ ਤੱਕ। ਉਹ ਅਦਾਲਤ ਦਰ ਅਦਾਲਤ ਆਪਣੀਆਂ ਅਰਜ਼ੀਆਂ ਲਾ ਰਿਹਾ, ਅਰਜ਼ੀਆਂ ਰੱਦ ਵੀ ਹੋ ਰਹੀਆਂ ਨੇ, ਤੇ ਪੁਲਿਸ ਕਹਿੰਦੀ ਅਸੀਂ ਛਾਪੇਮਾਰੀ ਕਰ ਰਹੇ ਹਾਂ। ਪਤਾ ਨਹੀਂ ਛਾਪੇਮਾਰੀ ਕਰ ਰਹੇ ਆ ਜਾਂ ਫਿਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਿਹਾ। ਪਰ ਇੱਕ ਗੱਲ ਜ਼ਰੂਰ ਹੈ, ਸੈਣੀ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ। ਇੱਕ ਤੋਂ ਬਾਅਦ ਇੱਕ ਨਵਾਂ ਕੇਸ ਨਿਕਲ ਕੇ ਸਾਹਮਣੇ ਆ ਰਿਹਾ, ਤੇ ਇਹਦੇ ਪਿੱਛੇ ਵੀ ਕੁਝ ਨਾ ਕੁਝ ਹੈ। ਕਿਉਂਕਿ ਪਹਿਲਾਂ ਇਸੇ ਸੈਣੀ ਨੂੰ ਹਰ ਧਿਰ ਵੱਲੋਂ ਬਚਾਇਆ ਜਾਂਦਾ ਸੀ, ਪਰ ਅੱਜ ਪਤਾ ਨਹੀਂ ਕੀ ਗੱਲ ਹੈ, ਉਹੀ ਜਿਨ੍ਹਾਂ ਨੇ ਇਹਨੂੰ ਡੀਜੀਪੀ ਬਣਾਇਆ ਸੀ, ਉਹੀ ਜਿਹੜੇ ਇਹਨੂੰ ਅਹੁਦੇ ਦਿੰਦੇ ਸੀਗੇ, ਜਿਹੜੇ ਆਪਣੇ ਬਹੁਤ ਨੇੜੇ ਰੱਖਦੇ ਸੀਗੇ, ਅੱਜ ਇੱਕ ਵੀ ਸ਼ਬਦ ਸੁਮੇਧ ਸਿੰਘ ਸੈਣੀ ਦੇ ਨਾ ਖਿਲਾਫ ਤੇ ਨਾ ਪੱਖ ਬੋਲਦੇ ਕਿਤੇ ਮਨਦੀਪ ਜੀ ਨਜ਼ਰ ਨਹੀਂ ਆ ਰਿਹਾ ਜੀ। ਜਿਹੜੀ ਤੁਸੀਂ ਅਖੀਰ 'ਚ ਗੱਲ ਕੀਤੀ ਹੈ ਕਿ ਨਾ ਪੱਖ 'ਚ ਤੇ ਨਾ ਵਿਰੋਧ 'ਚ, ਮੇਰਾ ਖਿਆਲ ਹੈ ਕਿ ਲੋਕ ਜਿਹੜੇ ਆ, ਜਾਂ ਖਾਸ ਕਰਕੇ ਜਿਹੜਾ ਇੱਕ ਤਬਕਾ, ਕਿਉਂਕਿ ਅਕਾਲੀ ਦਲ ਇਹ ਦਾਅਵਾ ਕਰਦਾ ਹਮੇਸ਼ਾ ਕਿ ਉਹ ਸਿੱਖ ਹਮਾਇਤੀ ਪਾਰਟੀ ਆ, ਕਿਸਾਨਾਂ ਦੀ ਹਮਾਇਤੀ ਪਾਰਟੀ ਆ, ਜਾਂ ਸਿੱਖਾਂ ਨੂੰ ਲੀਡ ਕਰਨ ਵਾਲੀ ਇੱਕ ਵੱਡੀ ਪਾਰਟੀ ਆ। ਪਰ ਇੱਥੇ ਸਿੱਖ ਦੇਖ ਰਿਹਾ ਸੀ, ਜਿਹੜਾ ਸਿੱਖ ਭਾਈਚਾਰਾ ਉਹ ਉਮੀਦ ਕਰਦਾ ਸੀ ਕਿ ਸ਼ਾਇਦ ਅਕਾਲੀ ਦਲ ਜਿਹੜਾ ਵਾ ਉਹ ਹੱਕ 'ਚ ਬੋਲੇ। ਪਰ ਕਿਉਂਕਿ ਸ਼ਾਇਦ ਇਸ ਗੋਲੀ ਕਾਂਡ ਕਰਕੇ ਜਾਂ ਬੇਅਦਬੀ ਕਾਂਡ ਕਰਕੇ, ਕਿਉਂਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਆ ਉਹ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਕਿ ਕਿਤੇ ਕਿਤੇ ਜਿਹੜਾ ਹੱਥ ਆ ਜੜ ਨੂੰ ਪਾਇਆ ਜਾਵੇ। ਉਹਨਾਂ ਚਾਹੇ ਪਹਿਲਾਂ ਡੇਰਾ ਮੁਖੀ ਆ ਉਹਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਹੁਣ ਮੈਨੂੰ ਲੱਗਦਾ ਕਿ ਜਿਹੜੀ ਕੱਲ ਅਦਾਲਤ 'ਚ ਕਾਰਵਾਈ ਹੋਈ ਆ, ਇਹਦੇ ਵਿੱਚ ਕਿਤੇ ਨਾ ਕਿਤੇ ਕੁੰਵਰ ਵਿਜੇ ਪ੍ਰਤਾਪ ਹੋਣਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੁਮੇਧ ਸੈਣੀ ਹੋਣਾ ਨੂੰ ਵੀ ਪੁੱਛਗਿੱਛ ਕੀਤੀ ਜਾਵੇ, ਤੇ ਉਸ ਤੋਂ ਬਾਅਦ ਜਿਹੜੀ ਜੜ ਹੈ ਉੱਥੇ ਤੱਕ ਪਹੁੰਚੇ ਜਾਵੇ ਇਸ ਮਾਮਲੇ ਦੀ। ਜੜ੍ਹਾਂ ਤੱਕ ਹੱਥ ਪਹੁੰਚਦੇ ਨਜ਼ਰ ਵੀ ਆਏ ਆ ਮਨਦੀਪ ਜੀ ਕਈ ਵਾਰੀ, ਕਿ ਪੁੱਛਗਿੱਛ ਜਿਹੜੀ ਆ ਸੁਮੇਧ ਸਿੰਘ ਸੈਣੀ ਤੋਂ ਸਿੱਟ ਨੇ ਨਹੀਂ ਕੀਤੀ ਹੈ, ਕਰ ਚੁੱਕੇ, ਕਿ ਪਹੁੰਚ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜੇਲ੍ਹ ਤੱਕ ਨਹੀਂ ਪਹੁੰਚੀ ਸਿੱਟ, ਪਹੁੰਚੀ ਸੀ, ਪੁੱਛਗਿੱਛ ਨਹੀਂ ਕਰਨ ਦਿੱਤੀ ਹਰਿਆਣੇ ਦੀ ਸਰਕਾਰ ਨੇ, ਉਹ ਗੱਲ ਵੱਖਰੀ ਹੈ। ਕਿ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਨਹੀਂ ਕੀਤੀ ਗਈ, ਕਿ ਸੁਖਬੀਰ ਬਾਦਲ ਕੋਲੋਂ ਪੁੱਛਗਿੱਛ ਨਹੀਂ ਕੀਤੀ ਗਈ, ਕਿ ਵਿਧਾਇਕ ਦੇ ਕੋਲੋਂ ਪੁੱਛਗਿੱਛ ਨਹੀਂ ਕੀਤੀ ਗਈ, ਪੁਲਿਸ ਵਾਲੇ ਗ੍ਰਿਫਤਾਰ ਨਹੀਂ ਕੀਤੇ ਗਏ, ਉਹਨਾਂ ਦੇ ਕੋਲੋਂ ਪੁੱਛਗਿੱਛ ਨਹੀਂ ਕੀਤੀ ਗਈ। ਪੁੱਛਗਿੱਛ ਤਾਂ ਵਾਹਵਾ ਥਾਵਾਂ ਤੇ ਕੀਤੀ ਗਈ ਹੈ, ਜੜ੍ਹਾਂ ਤੱਕ ਹੱਥ ਪੈਂਦੇ ਨਜ਼ਰ ਆਏ ਸੀਗੇ। ਪਰ ਮੈਨੂੰ ਲੱਗਦਾ ਕਿ ਜਦੋਂ ਜੜ੍ਹਾਂ ਤੇ ਹੱਥ ਪੈਂਦਾ ਇਹ ਸਿੱਟ ਦਾ, ਤੇ ਉਦੋਂ ਉਸ ਹੱਥ ਨੂੰ ਪਿੱਛੋਂ ਕੋਈ ਇਸ਼ਾਰਾ ਕਰ ਦਿੰਦਾ ਕਿ ਭਾਈ ਹੁਣ ਇਸ ਜੜ ਤੋਂ ਹੱਥ ਚੱਕ ਲਾ, ਇਹ ਜੜ ਬਹੁਤ ਡੂੰਗੀ ਹੈ, ਇਹਨੂੰ ਨਹੀਂ ਆਪਾਂ ਛੇੜਨਾ, ਆ ਫੁੱਲ ਪੱਤੀਆਂ ਨੂੰ ਚੱਕ ਕੇ ਤੇ ਲੋਕਾਂ ਦੇ ਸਾਹਮਣੇ ਰੱਖ ਦੇ, ਉਨਾ ਹੀ ਕਾਫੀ ਹੈ। ਇਹ ਕਿਤੇ ਨਾ ਕਿਤੇ ਕੁਝ ਨਾ ਕੁਝ ਰਿੱਝਦਾ ਪੱਕਦਾ ਤਾਂ ਜ਼ਰੂਰ ਪਿਆ, ਨਹੀਂ ਤਾਂ ਕੋਈ ਲੋੜ ਨਹੀਂ ਸੀ ਕਿ ਇੱਕ ਪਾਸੇ ਪੰਜਾਬ ਸਰਕਾਰ ਤਿਆਰੀ ਕਰਦੀ ਪਈ ਆ ਸੁਮੇਧ ਸਿੰਘ ਸੈਣੀ ਨੂੰ ਭਗੌੜਾ ਘੋਸ਼ਿਤ ਕਰਨ ਦੇ ਲਈ, ਉਧਰਲੇ ਪਾਸੇ ਹੋਈ ਆ, ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਨੇ ਸੈਣੀ ਦੇ ਪਾਉਣ ਦੇ ਪੋਸਟਰ ਲਾਏ ਸੀ, ਉਹਨਾਂ ਤੇ ਪੰਜਾਬ ਪੁਲਿਸ ਵੱਖਰੇ ਪੋਸਟਰ ਲਾ ਰਹੀ ਆ, ਉਹਨਾਂ ਪੋਸਟਰਾਂ ਨੂੰ ਲੁਕਾਉਣ ਲਈ ਕੋਵਿਡ ਦੇ ਪ੍ਰਤੀ ਜਾਗਰੂਕ ਕਰਨ ਦੇ ਪੋਸਟਰ ਲਾ ਰਹੇ ਆ। ਇਹ ਵੀ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਪੁਲਿਸ ਵਾਲੇ ਪੋਸਟਰ ਲਾ ਰਹੇ ਆ, ਜਾਗਰੂਕਤਾ ਫੈਲਾਉਣ ਦੇ ਲਈ ਪੋਸਟਰ ਲਾਏ ਜਾ ਰਹੇ ਅੰਮ੍ਰਿਤਸਰ ਦੇ ਵਿੱਚ। ਔਰ ਲਾਏ ਕਿੱਥੇ ਜਾ ਰਹੇ ਆ? ਜਿੱਥੇ ਜਿੱਥੇ ਦਲ ਖਾਲਸਾ ਦੇ ਸੁਮੇਧ ਸਿੰਘ ਸੈਣੀ ਨਾਲ ਸੰਬੰਧਿਤ ਪੋਸਟਰ ਲਾਏ, ਉਹਨਾਂ ਦੇ ਉੱਤੇ ਪੋਸਟਰ ਲਾਏ ਜਾ ਰਹੇ, ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤੇ ਫਿਰ ਅਸੀਂ ਜੀ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜਿੰਨੀਆਂ ਕੁ ਮੈਨੂੰ ਲੱਗਦਾ ਕਿ ਗੁੰਝਲਾਂ ਪੈ ਗਈਆਂ ਹੁਣ ਸੈਣੀ ਦੇ ਆਲੇ ਦੁਆਲੇ, ਜਿੱਡਾ ਕੁ ਜਾਲ ਬੁਣਿਆ ਗਿਆ ਆ, ਐਡੀ ਛੇਤੀ ਬਚ ਕੇ ਨਿਕਲਣ ਵਾਲਾ ਨਹੀਂ ਆ। ਪੋਸਟਰਾਂ ਤੇ ਪੋਸਟਰ ਭਾਵੇਂ ਜਿੰਨੇ ਮਰਜ਼ੀ ਲਾ ਦਿੱਤੇ ਜਾਣ, ਹੁਣ ਹੱਥ ਜਿਹੜਾ ਆ ਉਹ ਬਹੁਤ ਦੂਰ ਤੱਕ ਪਹੁੰਚ ਗਿਆ। ਅਦਾਲਤਾਂ ਦੇ ਵਿੱਚ ਮਾਮਲਾ ਜਿਹੜਾ ਇਸ ਸਮੇਂ ਚੱਲ ਪਿਆ ਆ ਤੇ ਬਾਤ ਨਿਕਲੇਗੀ ਤਾਂ ਬਹੁਤ ਦੂਰ ਤੱਕ ਜਾਏਗੀ। ਹੁਣ ਗੱਲ ਬਹੁਤ ਦੂਰ ਤੱਕ ਜਾ ਰਹੀ ਹੈ ਮਨਦੀਪ ਜੀ। ਜੀ ਅੱਛਾ ਜਸਵੀਰ ਜੀ, ਇਹ ਤਾਂ ਹੋ ਗਿਆ ਸੁਮੇਧ ਸੈਣੀ ਹੋਣਾ ਦਾ ਮਸਲਾ। ਥੋੜਾ ਜਿਹਾ ਸਿਆਸੀ ਹੋਰ ਪੱਖ ਕਰਦੇ ਆਪਾਂ, ਬਿਹਾਰ ਵੱਲੋਂ ਚੱਲਦੇ ਹਾਂ, ਕਿਉਂਕਿ ਇਸ ਵਕਤ ਦੇਸ਼ ਬੇਹਾਲ ਹੈ। ਕਰੋਨਾ ਵਾਇਰਸ ਨਾਲ ਬਹੁਤ ਵੱਡੇ ਮਾਮਲੇ ਇਸ ਵਕਤ ਆ ਰਹੇ ਨੇ। ਕਰੋਨਾ ਵਾਇਰਸ ਤੇ ਦੁਨੀਆ ਦੇ ਵਿੱਚ ਮੇਰੇ ਖਿਆਲ ਨਾਲ ਭਾਰਤ ਪਹਿਲੇ ਨੰਬਰ ਤੇ ਆ, ਜਿੱਥੇ ਇੰਨੀ ਜ਼ਿਆਦਾ ਤਾਦਾਦ 'ਚ ਰੋਜ਼ਾਨਾ ਮਾਮਲੇ ਆ ਰਹੇ ਨੇ। ਪਰ ਦੂਜੇ ਪਾਸੇ ਚੋਣਾਂ ਦਾ ਮਾਹੌਲ ਵੀ ਬਣਦਾ ਨਜ਼ਰ ਆ ਰਿਹਾ, ਸੋ ਉਧਰ ਕੀ ਮਾਹੌਲ ਹੈ? ਮਾਹੌਲ ਜਦੋਂ ਤੱਕ ਚੁਣਾਵੀ ਹੁੰਦਾ ਹੈ ਉਦੋਂ ਸਭ ਕੁਝ ਹੋ ਜਾਂਦਾ ਹੈ, ਤੇ ਜਦੋਂ ਚੋਣਾਂ ਜੀ ਨਹੀਂ ਹੁੰਦੀਆਂ ਉਦੋਂ ਕੁਝ ਵੀ ਨਹੀਂ ਹੁੰਦਾ। ਫਿਰ ਆਤਮ ਨਿਰਭਰ ਬਣਨ ਲਈ ਕਿਹਾ ਜਾਂਦਾ ਕਿ ਭਾਈ ਜੋ ਕੁਝ ਕਰਨਾ ਤੁਸੀਂ ਆਪ ਹੀ ਕਰਨਾ, ਤੇ ਜਦੋਂ ਚੋਣਾਂ ਆ ਜਾਣ ਫਿਰ ਸਰਕਾਰਾਂ ਆਪਣੇ ਵੱਲੋਂ ਬਹੁਤ ਕੁਝ ਕਰਦੀਆਂ। ਹੁਣ ਉਹ ਜਿਹੜਾ 20 ਲੱਖ ਕਰੋੜ ਦਾ ਰਾਹਤ ਪੈਕੇਜ ਘੋਸ਼ਿਤ ਕੀਤਾ ਗਿਆ ਸੀ, ਜਿਹਨੂੰ ਲੋਨ ਮੇਲਾ ਵੀ ਕਿਹਾ ਕਿ ਸਾਰੇ ਲੋਨ ਦੇ ਦਿੱਤੇ ਗਏ, ਉਹਦੇ ਵਿੱਚੋਂ ਕਿਸੇ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਅਜੇ ਤੱਕ ਸਾਹਮਣੇ ਨਹੀਂ ਆਇਆ। ਪਰ ਬਿਹਾਰ ਦੇ ਵਿੱਚ ਕਿਉਂਕਿ ਬਹੁਤ ਛੇਤੀ ਚੋਣਾਂ ਹੋਣ ਵਾਲੀਆਂ ਨੇ, ਇਸੇ ਸਾਲ ਦੇ ਅਖੀਰ ਦੇ ਵਿੱਚ ਸੰਭਾਵਨਾ ਹੈ ਕਿ ਚੋਣ ਬਿਹਾਰ ਦੇ ਵਿੱਚ ਹੋ ਜਾਏਗੀ। ਇਸ ਕਰਕੇ ਕੱਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਕਾਇਦਾ ਨਾ ਸਿਰਫ ਬਿਹਾਰ ਦੇ ਲੋਕਾਂ ਨੂੰ ਸੰਬੋਧਨ ਕੀਤਾ, ਨਿਤੀਸ਼ ਕੁਮਾਰ ਦੀ ਜੰਮ ਕੇ ਤਾਰੀਫ ਕੀਤੀ, ਬਲਕਿ ਨਾਲ ਦੀ ਨਾਲ ਇੱਕ PM ਮਤਸਿਆ ਸੰਪਦਾ ਯੋਜਨਾ ਦੇ ਤਹਿਤ 20,050 ਕਰੋੜ ਰੁਪਈਆ ਇੱਕ ਪੈਕੇਜ ਵੀ ਦਿੱਤਾ ਬਿਹਾਰ ਨੂੰ ਕਿ ਆਹ ਚੱਕੋ, ਤੁਹਾਨੂੰ ਅਸੀਂ ਪੈਕੇਜ ਦਿੰਨੇ। ਇਹਦੇ ਨਾਲ ਜਿਹੜੇ ਬਿਹਾਰ ਦੇ ਕਿਸਾਨ ਮੱਛੀ ਪਾਲਣ, ਫਲ ਸਬਜ਼ੀਆਂ ਉਗਾਉਣ ਤੇ ਉਹਦੇ ਨਾਲ ਉਹ ਆਤਮ ਨਿਰਭਰ ਬਣਨ। ਅਸੀਂ ਇਸ ਤਰੀਕੇ ਨਾਲ ਬਿਹਾਰ ਦੇ ਲਈ ਕੰਮ ਕਰਦੇ ਪਏ ਹਾਂ, ਬਿਹਾਰ ਦੀ ਤਰੱਕੀ ਦਾ ਕੰਮ ਕਰਦੇ ਪਏ ਹਾਂ। ਇੱਕ ਇਹ 20,000 ਕਰੋੜ ਦਾ ਪੈਕੇਜ ਘੋਸ਼ਿਤ ਕਰ ਦਿੱਤਾ ਗਿਆ। ਦੂਜੇ ਪਾਸੇ ਹੁਣ ਦੇਖੋ ਕਿ ਜਦੋਂ ਲੋਕਡਾਊਨ ਸੀ, ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾ ਭਾਵੇਂ ਨਹੀਂ ਪਹੁੰਚਾ, ਮਜ਼ਦੂਰ ਭਾਵੇਂ ਰੁਲ ਖੁਲ ਕੇ ਆਪਣੇ ਟਿਕਾਣਿਆਂ ਤੱਕ ਪਹੁੰਚੇ, ਸੈਂਕੜੇ ਕਿਲੋਮੀਟਰ ਸਫ਼ਰ ਕਰਕੇ, ਕੋਈ ਸਾਈਕਲ ਤੇ, ਕੋਈ ਕਿਸੇ ਤਰੀਕੇ ਨਾਲ ਤੇ ਕੋਈ ਕਿਸੇ ਤਰੀਕੇ ਨਾਲ। ਕੋਈ ਧੀ ਆਪਣੇ ਬਿਮਾਰ ਪਿਓ ਨੂੰ ਸਾਈਕਲ ਤੇ 1200 ਕਿਲੋਮੀਟਰ ਜਿਹੜੀ ਆ ਉਹ ਖਿੱਚ ਕੇ ਲੈ ਕੇ ਗਈ। ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਣਾ। ਔਰ ਕਿਸਾਨ ਮਜ਼ਦੂਰ ਜਿਹੜੇ ਸੀਗੇ, ਮਜ਼ਦੂਰ ਥੱਕ ਕੇ ਪਟੜੀਆਂ ਤੇ ਸੌਂ ਗਿਆ ਤੇ ਉਹਨਾਂ ਦੀਆਂ ਮੌਤਾਂ ਅਸੀਂ ਦੇਖੀਆਂ ਆ ਕਿ ਕਿਸ ਤਰੀਕੇ ਨਾਲ ਹੋਈਆਂ ਸੀਗੀਆਂ, ਚੀਥੜੇ ਕਿੱਦਾਂ ਉਹਨਾਂ ਦੀਆਂ ਲਾਸ਼ਾਂ ਤੇ ਉੱਡੇ। ਉਦੋਂ ਉਹਨਾਂ ਤੱਕ ਸੁਵਿਧਾਵਾਂ ਪਹੁੰਚਾਉਣ ਦੇ ਲਈ ਸਰਕਾਰ ਦੇ ਕੋਲ ਕੱਖ ਨਹੀਂ ਸੀਗਾ। ਪਰ ਹੁਣ ਕੀ ਹੈ, ਬਿਹਾਰ ਦੇ ਵਿੱਚ 12 ਲੱਖ ਤੋਂ ਵੱਧ ਮਾਸਕ ਵੰਡੇ ਜਾਣੇ ਆ। ਕਿਹੜੇ? ਜਿਨ੍ਹਾਂ ਦੇ ਉੱਤੇ BJP ਦਾ ਚੋਣ ਨਿਸ਼ਾਨ ਛਪਿਆ ਹੋਊਗਾ, ਜਿਹਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਛਪੀ ਹੋਊਗੀ, ਜਿਹਦੇ ਉੱਤੇ ਨਿਤੀਸ਼ ਕੁਮਾਰ ਦੀ ਫੋਟੋ ਛਪੀ ਹੋਏਗੀ, ਜਿਹਦੇ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਫੋਟੋ ਲਾ ਕੇ ਵੀ ਭਾਜਪਾ ਆਪਣਾ ਪ੍ਰਚਾਰ ਕਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਇੱਥੇ ਤਾਂ ਮੌਤ ਨੂੰ ਵੀ ਸੈਲੀਬ੍ਰੇਸ਼ਨ ਬਣਾਇਆ ਜਾ ਰਿਹਾ, ਉਸ ਮੌਤ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਉਹ 12 ਲੱਖ ਕਹਿੰਦੇ ਬਿਹਾਰ ਦੇ ਵਿੱਚ ਮਾਸਕ ਵੰਡਣੇ ਆ। ਇਕੱਲੇ ਇਹੀ ਨਹੀਂ, ਹੋਰ ਵੀ ਕਰੋਨਾ ਨਾਲ ਸੰਬੰਧਿਤ ਜਿਹੜਾ ਸਮਾਨ ਹੈ ਨਾ, ਜਿਹੜੇ ਰਾਹਤ ਦੇ ਸਮਾਨ ਹੁੰਦੇ ਨੇ, ਉਹ ਗਲਵਜ਼ ਹੋ ਗਏ, ਮਾਸਕ ਹੋ ਗਏ, ਸ਼ੀਲਡਸ ਹੋ ਗਈਆਂ, ਜਿਹੜੀਆਂ ਫੇਸ ਸ਼ੀਲਡ ਜਿਹੜੀਆਂ, ਉਹ ਸਾਰੀਆਂ ਇਦਾਂ ਦੇ ਚੋਣ ਪ੍ਰਚਾਰ ਨਾਲ ਭਰੀਆਂ ਮਿਲਦੀਆਂ ਨਜ਼ਰ ਆਉਣਗੀਆਂ। ਔਰ ਇਕੱਲੀ ਭਾਜਪਾ ਨਹੀਂ ਕਰ ਰਹੀ, ਬਾਕੀ ਪਾਰਟੀਆਂ ਵੱਲੋਂ ਵੀ ਇਦਾਂ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਉੱਥੇ। ਤੇ ਤੁਹਾਨੂੰ ਯਾਦ ਹੋਣਾ ਮਨਦੀਪ, ਜਦੋਂ ਲੋਕਡਾਊਨ ਲੱਗਾ ਸੀ ਤੇ ਮਾਸਕ ਦੀ ਗੱਲ ਚੱਲੀ ਸੀ ਤੇ ਇੱਥੇ ਮਾਸਕ ਲੱਭਦਿਆਂ ਨਹੀਂ ਸੀ ਲੱਭਦੇ, ਮਾਸਕ ਦੀ ਕਾਲਾ ਬਾਜ਼ਾਰੀ ਹੋ ਰਹੀ ਸੀਗੀ। ਉਸ ਕਾਲਾ ਬਾਜ਼ਾਰੀ ਨੂੰ ਨਹੀਂ ਸਰਕਾਰ ਰੋਕ ਸਕੀ, ਲੋਕਾਂ ਤੱਕ ਸਸਤੇ ਭਾਅ ਦੇ ਉੱਤੇ ਮਾਸਕ ਨਹੀਂ ਪਹੁੰਚਾ ਸਕੀ। ਤੇ ਹੁਣ ਜਦੋਂ ਬਿਹਾਰ 'ਚ ਚੋਣਾਂ ਆ, ਮੁਫਤ 'ਚ ਮਾਸਕ ਵੰਡੇ ਜਾ ਰਹੇ। ਕਿਹੜੇ? ਜਿਨ੍ਹਾਂ ਦੇ ਉੱਤੇ ਇਹਨਾਂ ਦੇ ਚੋਣ ਨਿਸ਼ਾਨ ਛਪੇ ਹੋਏ ਆ। ਤੇ ਰਾਹਤ ਸਮੱਗਰੀ ਵੀ ਆਪਾਂ ਦੇਖੀ ਸੀਗੀ, ਜਿੱਥੇ ਜਿੱਥੇ ਰਾਹਤ ਸਮੱਗਰੀ ਮਿਲਦੀ ਸੀ, ਉਸ ਰਾਹਤ ਸਮੱਗਰੀ ਦੇ ਉੱਤੇ ਵੀ ਪਤਾ ਨਹੀਂ ਫੋਟੋਆਂ ਛਾਪਣ ਨੂੰ ਇੰਨਾ ਟਾਈਮ ਲਾਤਾ, ਤਾਂ ਦੇਰੀ ਨਾਲ ਲੋਕਾਂ ਨੂੰ ਮਿਲੀ। ਜੇ ਭਾਜਪਾ ਵਾਲਾ ਕੋਈ ਵੰਡਦਾ ਸੀ ਉਹਦੇ ਤੇ ਆਪਣੀਆਂ ਫੋਟੋਆਂ ਲਾਈਆਂ ਹੁੰਦੀਆਂ ਸੀਗੀਆਂ, ਜੇ ਕਾਂਗਰਸ ਵਾਲੇ ਵੰਡਦੇ ਸੀ ਤੇ ਉਹ ਆਪਣੀਆਂ ਫੋਟੋਆਂ ਲਾ ਕੇ ਰਾਹਤ ਸਮੱਗਰੀ ਜਿਹੜੀ ਆ ਉਹ ਵੰਡਦੇ ਸੀਗੇ। ਸੋ ਕੁੱਲ ਮਿਲਾ ਕੇ ਇਹ ਕਹਿੰਦੇ ਹੁੰਦੇ ਨਾ ਪ੍ਰਧਾਨ ਮੰਤਰੀ ਕਿ ਅਸੀਂ ਆਪਦਾ ਨੂੰ ਅਫਸਰ ਦੇ ਵਿੱਚ ਤਬਦੀਲ ਕਰਨਾ ਆ। ਭਾਜਪਾ ਬਾਖੂਬੀ ਨਾਲ ਇਸ ਆਪਦਾ ਨੂੰ ਅਫਸਰ ਦੇ ਵਿੱਚ ਤਬਦੀਲ ਕਰ ਰਹੀ ਹੈ। ਹੁਣ 20 ਕਰੋੜ ਦਾ ਪੈਕੇਜ, ਮੇਰਾ ਖਿਆਲ ਹੈ ਕਿ ਯਾਦ ਹੋਣਾ ਜਦੋਂ ਪਿਛਲੀ ਵਾਰੀ ਚੋਣਾਂ ਹੋਈਆਂ ਸੀ ਮਨਦੀਪ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹਿੱਕ ਥਾਪੜ ਕੇ ਕਿਹਾ ਸੀ, ਉਹ ਜਿੱਦਾਂ ਜਾਦੂਗਰ ਜਾਦੂ ਦਾ ਖੇਡ ਨਹੀਂ ਦਿਖਾਉਂਦਾ, ਦੱਸੋ 2 ਦੇ ਕਿੰਨੇ ਪੈਸੇ ਕਰ ਦੇਵਾਂ, 4 ਕਰ ਦੇਵਾਂ, ਨਹੀਂ 6 ਕਰ ਦੇਵਾਂ, ਨਹੀਂ 8 ਕਰ ਦੇਵਾਂ, ਨਹੀਂ ਚਲੋ ਮੈਂ 10 ਕਰ ਦਿੰਦਾ ਆ। ਇਦਾਂ ਹੀ ਘੋਸ਼ਣਾ ਜਾਦੂਗਰ ਵਾਂਗੂ ਕਰਦਿਆ ਕਿਹਾ ਸੀ, ਕਿੰਨਾ ਪੈਕੇਜ ਦੇਵਾਂ ਮੈਂ, ਰਾਹਤ ਪੈਕੇਜ ਬਿਹਾਰ ਨੂੰ ਕਿੰਨਾ ਦੇ ਦੇਵਾਂ,
50,000 ਕਰੋੜ ਦੇ ਦੇਵਾਂ, 70,000 ਕਰੋੜ ਦੇ ਦੇਵਾਂ, ਲੱਖ ਕਰੋੜ ਦੇ ਦੇਵਾਂ। ਫਿਰ ਪਤਾ ਲੱਗਾ ਸੀ 1.25 ਲੱਖ ਕਰੋੜ ਦਾ ਪੈਕੇਜ ਘੋਸ਼ਿਤ ਕੀਤਾ ਪ੍ਰਧਾਨ ਮੰਤਰੀ ਨੇ। ਉਹ ਸਵਾ ਲੱਖ ਕਰੋੜ ਲੱਗਾ ਕਿੱਥੇ ਆ? ਮੈਨੂੰ ਅੱਜ ਤੱਕ ਨਹੀਂ ਥਿਆ। ਬਿਹਾਰ ਵਾਲਿਆਂ ਨੇ ਪਤਾ ਨਹੀਂ ਦੇਖਿਆ ਹੋਵੇ ਕਿਤੇ ਲੱਗਾ ਜਾਂ ਨਾ ਲੱਗਾ। ਜੇ ਬਿਹਾਰ ਦੇ ਵਿੱਚ ਉਹ 1.25 ਲੱਖ ਕਰੋੜ ਰੁਪਈਆ ਲੱਗਾ ਹੁੰਦਾ ਨਾ, ਤੇ ਬਿਹਾਰ ਦੇ ਮਜ਼ਦੂਰ ਆਪਣਾ ਸੂਬਾ ਛੱਡ ਕੇ ਗਵਾਂਢੀ ਸੂਬੇ ਦੇ ਧੱਕੇ ਖਾਣ ਲਈ ਨਾ ਨਿਕਲਦੇ, ਮਿਹਨਤ ਮਜ਼ਦੂਰੀ ਕਰਕੇ ਕਰਨ ਲਈ ਨਾ ਨਿਕਲਦੇ। ਉੱਥੇ ਹੀ ਉਹਨਾਂ ਨੂੰ ਰੁਜ਼ਗਾਰ ਮਿਲਿਆ ਹੁੰਦਾ, ਉੱਥੇ ਹੀ ਰੁਕਦੇ, ਤੇ ਨਾ ਇਸ ਲੋਕਡਾਊਨ ਦੇ ਦਰਮਿਆਨ ਉਹਨਾਂ ਨੂੰ ਪੈਦਲ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ, ਪੁਲਿਸ ਦੇ ਡੰਡੇ ਖਾਣੇ ਪੈਂਦੇ, ਤੇ ਇਦਾਂ ਦੀਆਂ ਦੁਸ਼ਵਾਰੀਆਂ ਜਿਹੜੀਆਂ ਉਹ ਝੱਲਣੀਆਂ ਪੈਂਦੀਆਂ। ਕੁੱਲ ਮਿਲਾ ਕੇ ਕਹਿ ਲਈਏ ਕਿ ਆ 20,000 ਕਰੋੜ ਵਾਲਾ ਪੈਕੇਜ ਵੀ ਸਿੱਧੇ ਤੌਰ ਤੇ ਇੱਕ ਚੁਣਾਵੀ ਰਿਸ਼ਵਤ ਕਹਿ ਲਿਆ ਜਾਵੇ ਇਹਨੂੰ, ਤੇ ਜ਼ਿਆਦਾ ਬਿਹਤਰ ਹੋਏਗਾ। ਇਹ ਰਾਹਤ ਪੈਕੇਜ ਤਾਂ ਹੁਣ ਮਿਲਦੇ ਮੁਲਦੇ ਕੋਈ ਨਹੀਂ ਹੈ, ਕਿਉਂਕਿ ਰਾਹਤ ਤਾਂ ਆਪ ਸਰਕਾਰ ਲੱਭਣ ਡਈ ਹੈ। ਜਿਹੜੀ ਸਰਕਾਰ ਵਿਸ਼ਵ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਮਾਈਨਸ ਦੇ ਵਿੱਚ ਜਾਣ ਦੇ ਬਾਵਜੂਦ ਲੋਕਾਂ ਦਾ ਧੂਆਂ ਕੱਢੀ ਜਾ ਰਹੀ ਸੀ ਇੱਥੇ ਭਾਰਤ ਦੇ ਵਿੱਚ ਮਹਿੰਗਾ ਤੇਲ ਵੇਚ ਕੇ, ਜਿਹੜੀਆਂ ਸਰਕਾਰਾਂ ਜਿਹੜੀਆਂ ਉਹ ਕੋਸ਼ਿਸ਼ ਕਰਦੀਆਂ ਨੇ ਕਿ ਸੂਬਿਆਂ ਦੇ ਹੱਕ ਖੋਲੇ ਜਾਣ, ਤੇ ਉਹ ਰਾਹਤ ਦੇ ਸਕਦੀਆਂ ਨੇ। ਰਾਹਤ ਦੇ ਨਾਂ ਤੇ ਜਦੋਂ ਲੋਨ ਦਿੰਨੇ ਆ ਤੁਸੀਂ, ਅਗਲੇ ਪਿਛਲੇ ਦਿੱਤੇ ਲੈ ਜਿਹੜੇ ਆ ਉਹ ਇੱਕੋ ਹੀ ਰਾਹਤ ਪੈਕੇਜ ਇਕੱਠੇ ਕਰਕੇ, ਕਿ ਸੁਣਨ ਨੂੰ ਸੋਹਣਾ ਲੱਗੇਗਾ 20 ਲੱਖ ਕਰੋੜ ਰੁਪਈਆ, ਤੇ ਉਹ ਇਕੱਠੇ ਕਰਕੇ ਦੇ ਦਿੰਨੇ ਆ ਕਿ ਆ ਅਸੀਂ ਕੀਤਾ ਆ। ਸਿਰਫ ਢੋਲ ਵਜਾਉਨੇ ਆ, ਨਾਮ ਬਣਾਉਨੇ ਆ, ਕਰਦੇ ਕੱਖ ਨਹੀਂ ਆ। ਇਹ ਹੁਣ ਬਿਹਾਰ ਦੀ ਜਨਤਾ ਨੇ ਤੈਅ ਕਰਨਾ ਆ ਕਿ ਉਹਨਾਂ ਨੇ ਫੈਸਲਾ ਕਿਸ ਪਾਰਟੀ ਦੇ ਹੱਕ ਦੇ ਵਿੱਚ ਦੇਣਾ ਆ, ਕਿਉਂਕਿ ਉਹਨਾਂ ਨੇ ਦੇਖਿਆ ਆ ਨਿਤੀਸ਼ ਕੁਮਾਰ ਦਾ ਸ਼ਾਸਨ, ਉਹਨਾਂ ਨੇ ਉਸ ਤੋਂ ਪਹਿਲਾਂ ਦਾ ਵੀ ਸ਼ਾਸਨ ਦੇਖਿਆ। ਜੋ ਉਹਨਾਂ ਨੂੰ ਬਿਹਤਰ ਲੱਗੇਗਾ ਉਧਰ ਉਹ ਵੋਟ ਪਾ ਦੇਣਗੇ। ਪਰ ਘੱਟੋ ਘੱਟ ਭਾਰਤ ਦੇ ਵਿੱਚ ਤਾਂ ਇਹੀ ਸੁਨੇਹਾ ਜਾ ਰਿਹਾ ਕਿ ਪਰਿਸਥਿਤੀਆਂ ਇਹ ਨੇ, ਭਾਜਪਾ ਇਸ ਕਰੋਨਾ ਮਹਾਮਾਰੀ ਦੇ ਦਰਮਿਆਨ ਆਪਦਾ ਨੂੰ ਅਵਸਰ ਦੇ ਵਿੱਚ ਤਬਦੀਲ ਕਰ ਰਹੀ ਹੈ, ਔਰ ਕਰੋਨਾ ਨਾਲ ਸੰਬੰਧਿਤ ਜਿਹੜਾ ਸਮਾਨ ਆ ਉਹਨੂੰ ਵੀ ਚੋਣ ਪ੍ਰਚਾਰ ਦਾ ਆਪਣਾ ਸਾਧਨ ਬਣਾਉਂਦੀ ਨਜ਼ਰ ਆ ਰਹੀ ਹੈ। ਇੱਥੇ ਤਾਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਨਾ ਕਰੋਨਾ ਵਾਇਰਸ ਦੇ ਸਾਧਨ ਦੇ ਨਾਲ। ਤੇ ਕੈਨੇਡਾ ਦੀਆਂ ਪ੍ਰਸਥਿਤੀਆਂ ਕਿਹੋ ਜਿਹੀਆਂ ਨੇ? ਮੈਨੂੰ ਪਤਾ ਲੱਗਾ ਕਿ ਓਨਟਾਰੀਓ ਦੇ ਵਿੱਚ ਉੱਥੋਂ ਦੇ ਪ੍ਰੀਮੀਅਰ ਜਿਹੜੇ ਖਾਸੇ ਖਫਾ ਨੇ ਕਰੋਨਾ ਵਾਇਰਸ ਦਾ ਕਰਕੇ ਹੀ। ਪਤਾ ਲੱਗਾ ਕਿ ਉੱਥੇ ਕੁਝ ਲੋਕ ਜਿਹੜੇ ਆ ਕੁਆਰੰਟਾਈਨ ਨਹੀਂ ਹੋ ਰਿਹਾ, ਇਸ ਕਰਕੇ ਕਾਫੀ ਲੋਹੇ ਲਾਕੇ ਹੋਏ ਫਿਰਦੇ ਆ। ਜੀ, ਅਸਲ 'ਚ ਸਮੱਸਿਆ ਸਿਰਫ ਓਨਟਾਰੀਓ ਦੀ, ਹਾਲਾਂਕਿ ਪੂਰੇ ਕੈਨੇਡਾ 'ਚ ਆ ਰਹੀ ਹੈ। ਪਰ ਜਿਹੜੇ ਓਨਟਾਰੀਓ ਦੇ ਪ੍ਰੀਮੀਅਰ ਨੇ ਉਹ ਥੋੜਾ ਜਿਹਾ ਉਹ ਵੀ ਕੱਬਾ ਸੁਭਾਅ ਰੱਖਦੇ ਨੇ। ਕਈ ਵਾਰੀ ਮਜ਼ਾਕ 'ਚ ਉਹਨਾਂ ਨੂੰ ਲੋਕ ਟਰੰਪ ਦੇ ਛੋਟੇ ਭਰਾ ਕਹਿੰਦੇ ਨੇ, ਪਰ ਫਿਲਹਾਲ ਉਹਨਾਂ ਨੇ ਹਾਲਾਂਕਿ ਹੁਣ ਤਾਂ ਤਾਰੀਫ ਹੋ ਰਹੀ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਮੈਨੇਜ ਕੀਤਾ ਕਰੋਨਾ ਵਾਇਰਸ ਨੂੰ, ਜਿਸ ਤਰ੍ਹਾਂ ਹੈਂਡਲ ਕੀਤਾ। ਪਰ ਉਹਨਾਂ ਨੇ ਫੈਡਰਲ ਸਰਕਾਰ ਤੇ ਇੱਕ ਨਿਸ਼ਾਨਾ ਕੱਸਿਆ। ਉਹਨਾਂ ਕਿਹਾ ਕਿ ਜਿਹੜੇ ਲੋਕ, ਕਿਉਂਕਿ ਪਿੱਛੇ ਜਿਹਾ ਇੱਕ ਅੰਕੜਾ ਸਾਹਮਣੇ ਆਇਆ ਸੀ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਨੇ ਇੱਕ ਅੰਕੜਾ ਦਿੱਤਾ ਸੀ ਕਿ ਮਾਰਚ ਵਿੱਚ ਬੇਸ਼ੱਕ ਲਾਕਡਾਊਨ ਲੱਗ ਗਿਆ ਸੀ, ਪਰ ਮਾਰਚ ਤੋਂ ਲੈ ਕੇ ਸਤੰਬਰ ਤੱਕ ਤਕਰੀਬਨ, ਚਾਹੇ ਅਸੀਂ ਬਾਏ 에ਅਰ ਲਾ ਲਈਏ ਚਾਹੇ ਬਾਏ ਰੋਡ ਲਾ ਲਈਏ, 4.4 ਮਿਲੀਅਨ ਭਾਵ ਕਿ 44 ਲੱਖ ਦੇ ਕਰੀਬ ਬੰਦਾ ਜਿਹੜਾ ਸੀ ਉਹ ਕੈਨੇਡਾ ਵਿੱਚ ਐਂਟਰ ਹੋਇਆ। ਚਾਹੇ ਉਹਦੇ ਵਿੱਚ ਕੁਝ ਟਰੱਕ ਡਰਾਈਵਰ ਵੀ ਸੀ ਜਿਹੜੇ ਅਮਰੀਕਾ ਤੋਂ, ਕਿਉਂਕਿ ਜਿਹੜਾ ਜ਼ਰੂਰੀ ਚੀਜ਼ਾਂ ਦਾ ਵਸਤਾਂ ਦਾ ਵਾਹਨ ਆ ਉਹ ਤਾਂ ਆਉਂਦੇ ਜਾਂਦੇ ਨੇ, ਜਾਂ ਜਿਹੜੇ ਕੈਨੇਡੀਅਨ ਸਿਟੀਜ਼ਨ ਸੀ, PR ਸੀ, ਜਿਹੜੇ ਲੋਕ ਆਏ ਨੇ, ਵਰਕ ਪਰਮਿਟ ਵਾਲੇ ਆਏ ਨੇ, ਜਾਂ ਕੁਝ ਸਟੂਡੈਂਟ ਆਏ ਨੇ, ਉਹਨਾਂ ਦੀ ਗਿਣਤੀ ਇੰਨੀ ਕੁ ਪੜਦੀ ਆ। ਸੋ ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਲੋਕ ਕੁਆਰੰਟੀਨ ਨਹੀਂ ਕਰ ਰਹੇ। ਬਹੁਤ ਸਾਰੇ ਲੋਕਾਂ ਨੂੰ ਟਿਕਟਾਂ ਵੀ ਮਿਲੀਆਂ, ਜੁਰਮਾਨੇ ਵੀ ਹੋਏ, ਪਰ ਉਹ ਜੁਰਮਾਨੇ ਕਰਕੇ ਛੱਡ ਦਿੱਤੇ ਜਾਂਦੇ ਆ। ਔਰ ਇਹ ਵੀ ਇੱਕ ਹੈਗਾ ਹੈ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹਨਾਂ ਤੋਂ ਐਡਰੈਸ ਵਗੈਰਾ ਤਾਂ ਲੈ ਲਿਆ ਜਾਂਦਾ, ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਡਰਾਵਾ ਜ਼ਰੂਰ ਦਿੱਤਾ ਜਾਂਦਾ ਵੀ ਉਹਨਾਂ ਨੂੰ ਫੋਲੋ ਕੀਤਾ ਜਾਂਦਾ ਵਾ ਕਿ ਉਹ ਘਰ 'ਚ 14 ਦਿਨ ਟਿੱਕੇ ਪੈਂਦੇ ਆ ਜਾਂ ਨਹੀਂ ਪੈਂਦੇ। ਪਰ ਕਈ ਵਾਰ ਦੇਖਿਆ ਕਿ ਕੁਝ ਲੋਕਾਂ ਦਾ ਕਹਿਣਾ ਕਿ ਉਹਨਾਂ ਨੂੰ ਉਦੋਂ ਬਾਅਦ 'ਚ ਨਾ ਕਿਸੇ ਨੇ ਪੁੱਛਿਆ ਵੀ ਤੁਸੀਂ ਕਦੋਂ ਆਏ ਸੀ, ਕਿੱਥੇ ਆਏ ਸੀ, ਨਾ ਕੋਈ ਈਮੇਲ। ਕੁਝ ਲੋਕਾਂ ਨੂੰ ਫੋਲੋ ਕੀਤਾ, ਕੁਝ ਲੋਕਾਂ ਨੂੰ ਨਹੀਂ ਕੀਤਾ ਜਾਂਦਾ। ਸੋ ਹੁਣ ਪ੍ਰੀਮੀਅਰ ਸਾਹਿਬ ਕਹਿੰਦੇ ਕਿ ਠੀਕ ਹੈ ਜੁਰਮਾਨੇ ਤਾਂ ਹੁੰਦੇ ਆ, ਪਰ ਇਹਨਾਂ ਲੋਕਾਂ ਨੂੰ ਥੋੜਾ ਹੋਰ ਸਖਤੀ ਕਰਨੀ ਚਾਹੀਦੀ ਆ, ਇਹਨਾਂ ਤੇ ਚਾਰਜ ਲਾਉਣੇ ਚਾਹੀਦੇ ਆ, ਇਹਨਾਂ ਤੇ ਮੁਕੱਦਮੇ ਦਰਜ ਕਰਨੇ ਚਾਹੀਦੇ ਆ ਜੋ ਹੋਰਾਂ ਲੋਕਾਂ ਦੀ ਜਾਨ ਜਿਹੜੀ ਆ ਖਤਰੇ 'ਚ ਪਾਉਂਦੇ ਆ। ਸੋ ਇਹਦੇ ਜਵਾਬ ਦੇ ਵਿੱਚ ਜਿਹੜੇ ਸਿਹਤ ਮੰਤਰੀ ਆ ਕੈਨੇਡਾ ਦੇ, ਉਹਨਾਂ ਦਾ ਜਵਾਬ ਆਇਆ ਕਿ ਇਹ ਕੰਮ ਜਿਹੜੀ ਆ ਤੁਹਾਡੀ ਸੂਬਿਆਂ ਦੀ ਪੁਲਿਸ ਵੀ ਕਰ ਸਕਦੀ ਹੈ, ਤੁਸੀਂ ਨਿੱਕੀ ਨਿੱਕੀ ਗੱਲ ਤੇ ਸਾਡੇ ਨਾਲ ਦੇਖਿਆ ਕਰੋ। ਸੋ ਇਸ ਤਰ੍ਹਾਂ ਜਿਹੜੀ ਤਕਰਾਰਬਾਜ਼ੀ ਆ ਉਹ ਚੱਲ ਰਹੀ ਆ। ਸੋ ਹੋਰ ਸੂਬਿਆਂ ਵਿੱਚ ਵੀ, ਕਿਉਂਕਿ BC ਵਿੱਚ ਵੀ ਇਹੋ ਜਿਹੇ ਕੇਸ ਸਾਹਮਣੇ ਆਏ ਸੀ, ਲੋਕ ਅਮਰੀਕਾ ਦਾ ਬਾਰਡਰ ਟੱਪਦੇ ਇੱਥੋਂ ਅੱਗੇ ਜਾ ਕੇ ਅਲਾਸਕਾ ਨੂੰ ਜਾਂਦੇ ਆ। ਸੋ ਉਹਨਾਂ ਦੇ ਇੱਕ ਗੱਡੀ ਤੇ ਸਟicker ਲਾਤਾ ਜਾਂਦਾ ਤੇ ਉਹਨਾਂ ਨੂੰ ਨਾਲੇ ਕਿਹਾ ਜਾਂਦਾ ਬਾਰਡਰ ਤੇ ਜੋ ਕੈਨੇਡਾ ਵੜਦੇ ਆ ਕਿ ਤੁਸੀਂ ਜਿੰਨਾ ਹੋ ਸਕੇ ਘੱਟ ਗੱਡੀ ਚੋਂ ਨਿਕਲਣਾ ਹੈ ਤੇ ਪਬਲਿਕ ਥਾਵਾਂ ਤੇ ਇੱਥੇ ਨਹੀਂ ਜਾਣਾ, ਜੋ ਕਰਨਾ ਜਾ ਕੇ ਅਲਾਸਕਾ ਜਾ ਕੇ ਕਰਿਓ। ਸੋ ਇਹਨਾਂ ਚੀਜ਼ਾਂ ਦਾ ਇੱਥੇ ਖਿਆਲ ਰੱਖਿਓ। ਜਿਨ੍ਹਾਂ ਨੇ ਇਹ ਹਦਾਇਤਾਂ ਦੀ ਉਲੰਘਣਾ ਕੀਤੀ
ਕੁਝ ਨੂੰ ਫੋਲੋ ਕੀਤਾ ਗਿਆ, ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਗਈਆਂ। ਸੋ ਪਰ ਉਹਦੇ ਬਾਵਜੂਦ ਵੀ ਕਈ ਵਾਰ ਇਹੋ ਜਿਹਾ ਹੋ ਜਾਂਦਾ, ਕਿਉਂਕਿ ਹਰੇਕ ਕਿਸੇ ਦਾ ਪਿੱਛਾ ਕਰਨਾ ਇੰਨਾ ਪੋਸੀਬਲ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕੈਨੇਡਾ ਵਿੱਚ। ਸੋ ਇਸ ਕਰਕੇ ਜਿਹੜਾ ਸੀ ਅੰਟਾਰੀਓ ਦੇ ਪ੍ਰੀਮੀਅਰ ਸੀ, ਥੋੜੇ ਜਿਹੇ ਅੱਜ ਗੁੱਸੇ 'ਚ ਨਜ਼ਰ ਆਏ ਸਨ। ਗੁੱਸੇ 'ਚ ਨਜ਼ਰ ਆਏ। ਤੁਸੀਂ ਪ੍ਰੀਮੀਅਰ ਸਾਹਿਬ ਨੂੰ ਟਰੰਪ ਦਾ ਛੋਟਾ ਭਰਾ ਵੀ ਕਿਹਾ ਆ, ਤੇ ਫਿਰ ਜੇ ਟਰੰਪ ਹੋਰਾਂ ਦਾ ਨਾਂ ਲੈ ਲਿਆ ਤੇ ਆਪਾਂ ਉਹਨਾਂ ਦਾ ਜ਼ਿਕਰ ਵੀ ਕਰ ਲਈਏ। ਪਤਾ ਲੱਗਾ ਕਿ ਇੱਕ ਕਿਤਾਬ ਜਿਹੜੀ ਆ ਉਹ ਸਾਹਮਣੇ ਆਈ ਹੈ। ਉਸ ਕਿਤਾਬ ਦੇ ਵਿੱਚ ਬਹੁਤ ਕੁਝ ਖੁਲਾਸੇ ਹੋਣ ਦੀ ਸੰਭਾਵਨਾ ਆ, ਬਹੁਤ ਸਾਰੇ ਪਾਜ ਉਗੜ ਕੇ ਸਾਹਮਣੇ ਆਉਣੇ ਆ। ਟਰੰਪ ਨੂੰ ਲੈ ਕੇ ਵੀ ਬੜੇ ਖੁਲਾਸੇ ਕੀਤੇ ਗਏ। ਉਹ ਕਿਹੜੀ ਕਿਤਾਬ ਆ ਤੇ ਕੀ ਕੁਝ ਉਹਦੇ ਵਿੱਚ ਛਪਿਆ ਆ ਜਿਹੜਾ ਕਹਿ ਸਕਦੇ ਹਾਂ ਕਿ ਟਰੰਪ ਹੋਰਾਂ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ, ਖਾਸ ਤੌਰ ਤੇ ਉਸ ਦੌਰ 'ਚ ਜਦੋਂ ਅਮਰੀਕਾ 'ਚ ਚੁਣਾਵੀ ਦੌਰ ਚੱਲਦਾ ਆ। ਜੀ, ਅਮਰੀਕਾ ਦੇ ਇੱਕ ਬੜੇ ਸੀਨੀਅਰ ਜਰਨਲਿਸਟ ਨੇ ਬੌਬ ਵੁੱਡਵਰਡ, ਉਹਨਾਂ ਦੀ ਕਿਤਾਬ ਇੱਕ ਆ ਰਹੀ ਹੈ, ਪਹਿਲਾਂ ਵੀ ਕਈ ਕਿਤਾਬਾਂ ਲਿਖੀਆਂ ਉਹਨਾਂ ਨੇ, ਤੇ ਇਸ ਵਕਤ ਉਹਨਾਂ ਦੀ ਜਿਹੜੀ ਕਿਤਾਬ ਆ ਫਿਲਹਾਲ ਇਹ 15 ਸਤੰਬਰ ਨੂੰ ਰਿਲੀਜ਼ ਹੋਣੀ ਆ। ਪਰ ਉਹਦੇ ਕੁਝ ਅੰਸ਼ ਜਿਹੜੇ ਉਹ ਮੀਡੀਆ ਵਿੱਚ ਆਏ ਆ, ਤੇ ਜਿਉਂ ਉਹ ਅੰਸ਼ ਮੀਡੀਆ ਵਿੱਚ ਆਏ ਤਾਂ ਬਹੁਤ ਜ਼ਿਆਦਾ ਜਿਹੜੀ ਖਲਬਲੀ ਆ, ਸਿਆਸਤ ਵੀ ਗਰਮਾ ਗਈ ਆ। ਔਰ ਉਹਨਾਂ ਨੇ ਇਹ ਜਿਹੜੀ ਕਿਤਾਬ ਆ ਇਹ ਲਿਖਣ ਤੋਂ ਪਹਿਲਾਂ ਉਹਨਾਂ ਨੇ 18 ਵਾਰ ਇੰਟਰਵਿਊ ਕੀਤੀ ਟਰੰਪ ਸਾਹਿਬ ਦੀ, ਔਰ ਟਰੰਪ ਸਾਹਿਬ ਵੀ ਬੜੇ ਦਰਿਆਦਿਲ ਨਿਕਲੇ, ਔਰ ਫੋਨ ਤੇ ਕਈ ਵਾਰੀ ਖੁਦ ਮਿਲ ਕੇ ਵੀ, ਔਰ ਪੂਰਾ ਸਮਾਂ ਦਿੱਤਾ ਉਹਨਾਂ ਨੂੰ। ਤੇ ਹੁਣ ਜਦੋਂ ਉਹ ਕਿਤਾਬ ਰਿਲੀਜ਼ ਆਉਣ ਦੀ ਵਾਰੀ ਆਈ ਹੈ ਤਾਂ ਖੁਦ ਹੁਣ ਉਸੇ ਦਰਿਆਦਿਲੀ ਦੇ ਚੱਕਰ ਦੇ ਵਿੱਚ ਟਰੰਪ ਬੜੀ ਖੁਦ ਫਸਦੇ ਨਜ਼ਰ ਆ ਰਹੇ ਆ। ਕਈ ਜਿਹੜੀਆਂ ਰਾਜਨੀਤੀ ਆ, ਵਿਸ਼ਵ ਦੀ ਰਾਜਨੀਤੀ ਆ, ਉਹਨਾਂ ਜੁੜੇ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ। ਖਾਸ ਕਰਕੇ ਜਿਹੜੇ ਕਿਮ ਜੋਂਗ ਆ ਉਹਨਾਂ ਬਾਰੇ ਖੁਲਾਸਾ, ਉਹਦੇ ਬਾਰੇ ਦਾਅਵਾ ਕੀਤਾ ਗਿਆ ਕਿ ਟਰੰਪ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦੱਸਿਆ ਵੀ ਕਿੱਦਾਂ ਉਹਨਾਂ ਨੇ ਆਪਣੇ ਫੁੱਫੜ ਨੂੰ ਮਾਰਿਆ। ਉਸ ਤੋਂ ਇਲਾਵਾ ਸਭ ਤੋਂ ਵੱਡਾ ਦਾਅਵਾ ਜਿਹੜਾ ਹੋਇਆ ਕਰੋਨਾ ਵਾਇਰਸ ਨੂੰ ਲੈ ਕੇ, ਫਰਵਰੀ ਵਿੱਚ ਇੱਕ ਇੰਟਰਵਿਊ ਹੋਈ ਸੀ ਉਸ ਪੱਤਰਕਾਰ ਨਾਲ ਡੋਨਾਲਡ ਟਰੰਪ ਹੋਣਾ ਦੀ, ਤੇ ਇਸ ਇੰਟਰਵਿਊ ਵਿੱਚ ਮੰਨਿਆ ਸੀ ਟਰੰਪ ਹੋਣਾ ਨੇ ਕਿ ਇਹ ਬਹੁਤ ਘਾਤਕ ਵਾਇਰਸ ਆ, ਕਿਉਂਕਿ ਇਹ ਜਿਹੜਾ ਕਿਸੇ ਚੀਜ਼ ਨੂੰ ਟੱਚ ਕਰਨ ਨਾਲ ਨਹੀਂ ਫੈਲਦਾ, ਸਗੋਂ ਇਹ ਹਵਾ ਨਾਲ ਫੈਲਦਾ ਹੈ। ਕਿਉਂਕਿ ਕਹਿੰਦੇ ਟੱਚ ਨੂੰ ਤਾਂ ਅਸੀਂ ਕੰਟਰੋਲ ਕਰ ਲਾਂਗੇ, ਪਰ ਹਵਾ ਨੂੰ ਅਸੀਂ ਕਿਵੇਂ ਕਾਬੂ ਕਰ ਸਕਦੇ ਹਾਂ। ਸੋ ਉਸ ਵਕਤ ਟਰੰਪ ਨੇ ਜੋ ਪੱਤਰਕਾਰ ਦਾ ਦਾਅਵਾ ਹੈ ਕਿ ਬਹੁਤ ਮਾਰੂ ਵਾਇਰਸ ਮੰਨਿਆ ਸੀ, ਪਰ ਜਨਤਕ ਰੈਲੀਆਂ ਦੇ ਵਿੱਚ ਜਨਤਕ ਤੌਰ ਤੇ ਟਰੰਪ ਕਹਿੰਦੇ ਰਹੇ ਕਿ ਨਹੀਂ, ਕੋਈ ਇੱਕ ਵੱਡੀ ਗੱਲ ਨਹੀਂ, ਇਹ ਵਾਇਰਸ ਬਹੁਤਾ ਇੰਨਾ ਜ਼ਿਆਦਾ ਖਤਰਨਾਕ ਸੀਗਾ, ਔਰ ਅਸੀਂ ਇਹਨੂੰ ਕਾਬੂ ਕਰ ਲਾਂਗੇ। ਤੇ ਉਸ ਤੋਂ ਬਾਅਦ ਹੁਣ ਟਰੰਪ ਨੇ ਮੰਨਿਆ ਕਿ ਉਹ ਇਸ ਕਰਕੇ ਇਸ ਵਾਇਰਸ ਨੂੰ ਆਪਣੇ ਮੂੰਹੋਂ ਇੰਨਾ ਖਤਰਨਾਕ ਨਹੀਂ ਦੱਸ ਰਹੇ ਸੀ ਤਾਂ ਕਿ ਲੋਕ ਡਰ ਨਾ ਜਾਣ, ਲੋਕ ਪੈਨਿਕ ਨਾ ਹੋ ਜਾਣ। ਅਤੇ ਹੁਣ ਜਿਹੜੇ ਵਿਰੋਧੀ ਆ ਉਹ ਉਹਨਾਂ ਨੇ ਘੇਰਿਆ ਕਿ ਟਰੰਪ ਨੇ ਆਪਣੀ ਕੁਰਸੀ ਬਚਾਉਣ ਲਈ, ਕਿਉਂਕਿ ਇਸੇ ਸਾਲ ਜਿਹੜੀਆਂ ਚੋਣਾਂ ਨੇ, ਤੇ ਉਹਨਾਂ ਨੇ ਕਿਹਾ ਕਿ ਟਰੰਪ ਨੂੰ ਪਤਾ ਸੀ ਕਿ ਕਿੰਨਾ ਖਤਰਨਾਕ ਵਾਇਰਸ ਅਮਰੀਕਾ 'ਚ ਫੈਲ ਰਿਹਾ ਆ ਰਿਹਾ, ਤੇ ਇਹਦੇ ਬਾਵਜੂਦ ਉਹਨਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ ਤੇ ਉਹਨਾਂ ਨੇ ਇਸ ਬਿਮਾਰੀ ਨੂੰ ਅਮਰੀਕਾ 'ਚ ਫੈਲਣ ਦਿੱਤਾ, ਜਿਸ ਕਾਰਨ 2 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੁਣ ਤੱਕ ਅਮਰੀਕਾ 'ਚ ਹੋ ਗਈ ਹੈ। ਔਰ ਇਸ ਤੋਂ ਇਲਾਵਾ ਇੱਕ ਹੋਰ ਖੁਲਾਸਾ ਹੋਇਆ, ਜੋ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜਿਹਾ ਬਹੁਤ ਮਸਲਾ ਹੋਇਆ ਸੀ, ਸਾਊਦੀ ਅਰਬ ਦੇ ਪੱਤਰਕਾਰ ਸੀਗੇ ਖਸ਼ੋਗੀ, ਉਹਨਾਂ ਦਾ ਕਤਲ ਹੋਇਆ ਸੀ ਇੱਕ ਸਫਤਾਰਖਾਨੇ ਵਿੱਚ। ਉਸ ਮਾਮਲੇ ਵਿੱਚ ਜਿਹੜੇ ਸਾਊਦੀ ਦੇ ਸੁਲਤਾਨ ਆ ਉਹਨਾਂ ਤੇ ਉਂਗਲ ਉੱਠੀ ਸੀ। ਬਹੁਤ ਸਾਰੇ ਮੁਲਕਾਂ ਨੇ ਦੋਸ਼ ਲਾਏ ਸੀ, ਖਾਸ ਕਰਕੇ ਤੁਰਕੀ ਵਰਗੇ ਮੁਲਕਾਂ ਨੇ, ਹੋਰਾਂ ਨੇ, ਕਿ ਇਹਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਵੇ, ਪਰ ਸਜ਼ਾ ਕੁਝ ਹੋਰ ਲੋਕਾਂ ਨੂੰ ਹੋਈ ਆ। ਔਰ ਟਰੰਪ ਨੇ ਪੱਤਰਕਾਰ ਕੋਲ ਇਹ ਵੀ ਮੰਨਿਆ ਕਿ ਉਹਨਾਂ ਨੇ ਉੱਥੇ ਦੇ ਪ੍ਰਿੰਸ ਨੂੰ, ਸੁਲਤਾਨ ਨੂੰ ਬਚਾਇਆ ਇਸ ਮਾਮਲੇ ਤੋਂ। ਸੋ ਬਹੁਤ ਵੱਡੇ ਵੱਡੇ ਜਿਹੜੇ ਖੁਲਾਸੇ ਇਸ ਕਿਤਾਬ ਦੇ ਹੋਏ ਆ। 2 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ, ਚੋਣਾਂ ਹੋਣ ਜਾ ਰਹੀਆਂ ਨੇ। ਪਹਿਲੇ ਟਰੰਪ ਸਾਹਿਬ ਕਾਫੀ ਪਿੱਛੇ ਚੱਲ ਰਹੇ ਨੇ ਸਰਵੇ ਵਿੱਚ। ਸੋ ਲੱਗਦਾ ਕਿ ਇੱਕ ਪਹਿਲਾਂ ਟਰੰਪ ਉਹਨਾਂ ਦੀ ਭਤੀਜੀ ਸੀ, ਉਹਨਾਂ ਨੇ ਕਿਤਾਬ ਲਿਖੀ, ਉਹਨਾਂ ਨੇ ਕਹਿਤਾ ਕਿ ਵੀ ਸਾਡੇ ਪਰਿਵਾਰ ਨੇ ਦੁਨੀਆ ਦਾ ਸਭ ਤੋਂ ਖਤਰਨਾਕ ਬੰਦਾ ਪੈਦਾ ਕਰ ਦਿੱਤਾ। ਉਹਦੇ ਵਿੱਚੋਂ ਹਲੇ ਨਿਕਲੇ ਨਹੀਂ ਸੀ ਟਰੰਪ ਸਾਹਿਬ, ਤੇ ਇੱਕ ਹੋਰ ਕਿਤਾਬ ਆ ਗਈ ਆ। ਸੋ ਜਿਹੜਾ ਕਿਤਾਬ ਗ੍ਰਹਿਣ ਆ ਇਸ ਵਕਤ ਟਰੰਪ ਉਹਨਾਂ ਦੀ ਸਿਆਸਤ ਨੂੰ ਲੱਗਾ ਨਜ਼ਰ ਆ ਰਿਹਾ। ਬਿਲਕੁਲ ਕਹਿ ਸਕਦੇ ਹਾਂ ਕਿ ਆਪਣੇ ਪੈਰ ਤੇ ਆਪ ਕੁਹਾੜੀ ਮਾਰਨ ਵਾਲਾ ਕੰਮ ਜਿਹੜਾ ਉਹ ਹੋ ਗਿਆ ਆ, ਔਰ ਇਹ ਕਿਤਾਬ ਬੰਬ ਇੱਕ ਤਰੀਕੇ ਨਾਲ ਡਿੱਗਿਆ ਹੁਣ ਅਮਰੀਕਾ ਦੀ ਸਿਆਸਤ ਦੇ ਵਿੱਚ। ਜੀ, ਇਹ ਤਾਂ ਤਸਵੀਰ 'ਚ ਹੋ ਗਈ ਅਮਰੀਕਾ ਦੀ ਗੱਲ। ਇੱਥੇ ਤਾਂ ਮੈਨੂੰ ਲੱਗਦਾ ਹਲੇ ਕਿ 1.5 ਮਹੀਨੇ ਤੋਂ ਉੱਪਰ ਦਾ ਜਿਹੜਾ ਸਮਾਂ ਪਿਆ ਆ, ਇਸੇ ਤਰ੍ਹਾਂ ਸਿਆਸਤ ਜਿਹੜੀ ਆ ਉਹ ਚੱਲਦੀ ਰਹੇਗੀ। ਫਿਲਹਾਲ ਪੰਜਾਬ ਦੀ ਮੈਂ ਗੱਲ ਕਰਾਂ ਕਿ ਹਾਲਾਂਕਿ ਕਰੋਨਾ ਵਾਇਰਸ ਦਾ ਦੌਰ ਚੱਲ ਰਿਹਾ, ਬਹੁਤ ਔਖੀ ਹੈ ਇਸ ਵਕਤ ਪਾਰਟੀਆਂ ਨੂੰ ਆਪਣੀਆਂ ਸਰਗਰਮੀਆਂ ਕਰਨ 'ਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਸੁਣਿਆ ਆਪ ਦੇ ਧਰਨੇ ਵਿੱਚ ਵੀ ਕੁਝ ਇਹੋ ਜਿਹੀ ਘਟਨਾ ਵਾਪਰੀ ਆ। ਦਰਅਸਲ ਜਿਹੜਾ ਸਾਧੂ ਸਿੰਘ ਧਰਮ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਆਰੋਪ ਲੱਗਾ ਆ ਉਸ ਮਾਮਲੇ ਦੇ ਵਿੱਚ, ਕਿਉਂਕਿ ਫਗਵਾੜੇ ਤੋਂ ਵਿਧਾਇਕ ਨੇ ਬਲਵਿੰਦਰ ਸਿੰਘ ਧਾਲੀਵਾਲ ਕਾਂਗਰਸ ਦੇ, ਉਹਨਾਂ ਦੀ ਵੀ ਸ਼ਮੂਲੀਅਤ ਜਿਹੜੀ ਆ ਉਹ ਦੱਸੀ ਜਾ ਰਹੀ ਆ, ਉਹਨਾਂ ਤੇ ਵੀ ਆਰੋਪ ਲੱਗਦੇ ਪਏ। ਤੇ ਆਮ ਆਦਮੀ ਪਾਰਟੀ ਨੇ ਪੱਕੇ ਤੌਰ ਤੇ ਧਾਲੀਵਾਲ ਦੇ ਘਰ ਦੇ ਅੱਗੇ ਧਰਨਾ ਲਾਇਆ ਹੋਇਆ ਸੀਗਾ। ਹੁਣ ਕੱਲ ਕੀ ਹੋਇਆ,
ਹੁਣ ਮਹੱਲੇ ਦੇ ਲੋਕ, ਢਾਲੀਵਾਲ ਦੇ ਮਹੱਲੇ ਦੇ ਲੋਕ, ਜਿੱਥੇ ਢਾਲੀਵਾਲ ਦਾ ਘਰ ਆ, ਉਹ ਇਕੱਠੇ ਹੋ ਕੇ ਆ ਗਿਆ। ਉਹ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਮਾਸਕ ਨਹੀਂ ਪਾਉਂਦੇ, ਇਕੱਠੇ ਹੋ ਕੇ ਬੈਠੇ ਰਹਿੰਦੇ, ਸਾਡੇ ਮਹੱਲੇ ਦੇ ਵਿੱਚ ਕਰੋਨਾ ਦਾ ਖਤਰਾ, ਇਸ ਕਰਕੇ ਧਰਨਾ ਇੱਥੋਂ ਚੱਕ ਲੈਣਾ ਚਾਹੀਦਾ ਆ। ਹਾਲਾਂਕਿ ਚਰਚਾ ਇਹ ਵੀ ਚੱਲਦੀ ਹੈ ਕਿ ਜਿਹੜੇ ਧਰਨਾ ਚੁਕਾਉਣ ਵਾਲੇ ਲੋਕ ਸੀਗੇ ਉਹ ਕਾਂਗਰਸ ਦੇ ਹੀ ਕਾਰਕੁਨ ਨੇ। ਇੱਕ ਆਮ ਉੱਥੇ ਚਰਚਾ ਦੇ ਵਿੱਚ ਹੈਗੀ ਹੈ ਕਿ ਕਾਂਗਰਸ ਦੇ ਵਰਕਰਾਂ ਨੇ ਹੀ ਜਾਣਬੁੱਝ ਕੇ ਇਹ ਸਾਰਾ ਕੁਝ ਕੀਤਾ ਹੈ। ਉਧਰ ਇਹ ਵੀ ਗੱਲ ਪਤਾ ਲੱਗੀ ਕਿ ਉਹਨਾਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ ਧਰਨੇ ਵਾਲੀ ਥਾਂ ਤੇ ਇੱਕ ਵੱਡਾ ਸਾਰਾ ਬੈਨਰ ਲਾਇਆ ਸੀ, ਢਾਲੀਵਾਲ ਚੋਰ ਹੈ। ਪਤਾ ਲੱਗਾ ਪੁਲਿਸ ਵਾਲੇ ਉਹ ਵੀ ਜ਼ਬਰਦਸਤੀ ਰਾਤ ਨੂੰ ਚੱਕ ਕੇ ਲੈ ਗਏ, ਉਹ ਬੈਨਰ ਵੀ ਜਿਹੜਾ ਚੱਕ ਲਿਆ। ਹਾਲਾਂਕਿ ਧਰਨਾ ਖਤਮ ਕਰਤਾ ਆਮ ਆਦਮੀ ਪਾਰਟੀ ਨੇ, ਔਰ ਨਾਲ ਦੀ ਨਾਲ ਇਹ ਵੀ ਗੱਲ ਕਹਿਤੀ ਕਿ 15 ਦਿਨ ਦਾ ਅਲਟੀਮੇਟਮ ਹੈ, ਜੇ 15 ਦਿਨਾਂ ਤੱਕ ਕਾਰਵਾਈ ਕੋਈ ਨਾ ਕੀਤੀ ਗਈ ਤੇ ਅਸੀਂ ਧਰਨਾ ਦੁਬਾਰਾ ਫੇਰ ਲਾ ਲੈਣਾ, ਤੇ ਨਾਲ ਖਾਸ ਤੌਰ ਤੇ ਇਸ ਵਾਰ ਸਿਸਮਾ ਦਾ ਫਾਰਮ ਹਾਊਸ ਘੇਰਨਾ ਹੈ ਅਸੀਂ, ਕੈਪਟਨ ਅਮਰਿੰਦਰ ਸਿੰਘ ਦਾ। ਸੋ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਰ-ਪਾਰ ਦੀ ਲੜਾਈ ਦੇ ਮੂਡ ਦੇ ਵਿੱਚ ਹੈ, ਪਰ ਸਿੱਧੇ ਤੌਰ ਤੇ ਕਹਿ ਸਕਦੇ ਕਿ ਧਰਨਿਆਂ ਦੇ ਉੱਤੇ ਵੀ ਹੁਣ ਜਿਹੜੀ ਆ ਉਹ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਢਾਲੀਵਾਲ ਦੇ ਜੇ ਤਾਂ ਸਮਰਥਕ ਨੇ ਮਹੱਲੇ ਵਾਲੇ, ਤੇ ਇਸ ਕਰਕੇ ਉਹ ਧਰਨਾ ਚੁਕਾਉਣ ਲਈ ਸਾਰਾ ਕੁਝ ਕੀਤਾ ਗਿਆ, ਤੇ ਇਹਨੂੰ ਕੋਈ ਬਹੁਤਾ ਸਕਾਰਾਤਮਕ ਰਵੱਈਆ ਨਹੀਂ ਕਿਹਾ ਜਾ ਸਕਦਾ। ਹਾਂ, ਜੇ ਸੱਚਿਓ ਹੀ ਕਰੋਨਾ ਵਾਇਰਸ ਦੇ ਖਤਰੇ ਦਾ ਕਰਕੇ ਉਹ ਸਾਰਾ ਕੁਝ ਕੀਤਾ ਗਿਆ ਆ, ਤੇ ਫਿਰ ਜਿਹੜਾ ਆ ਉਹ ਜਦੋਂ ਪੁਲਿਸ ਪ੍ਰਸ਼ਾਸਨ ਇਜਾਜ਼ਤ ਦਿੰਦਾ ਹੈ ਧਰਨੇ ਦੀ, ਕਿਉਂਕਿ ਧਰਨਾ ਬਿਨਾਂ ਇਜਾਜ਼ਤ ਤੋਂ ਨਹੀਂ ਲਾਇਆ ਜਾ ਸਕਦਾ, ਤੇ ਜੇ ਇਜਾਜ਼ਤ ਦਿੰਦਾ ਆ ਉਦੋਂ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਪਏਗਾ ਕਿ ਇਹਦੇ ਨਾਲ ਕਰੋਨਾ ਵਾਇਰਸ ਫੈਲ ਸਕਦਾ ਹੈ ਜਾਂ ਨਹੀਂ ਫੈਲ ਸਕਦਾ। ਇਜਾਜ਼ਤ ਦੇਣੀ ਨਹੀਂ ਚਾਹੀਦੀ ਫਿਰ ਉਹਨਾਂ ਹਾਲਾਤਾਂ ਦੇ ਵਿੱਚ। ਸੋ ਇਸ ਕਰਕੇ ਬਹੁਤ ਸਾਰੇ ਸਵਾਲ ਨੇ, ਸਿਆਸਤ ਭਖੀ ਹੋਈ ਹੈ, ਤੇ ਮੈਨੂੰ ਲੱਗਦਾ ਕਿ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਮਾਮਲਾ ਇਹ 2022 ਤੱਕ ਲਟਕਦਾ ਜਾਏਗਾ, ਰਿੜਕਿਆ ਜਾਏਗਾ। ਆਮ ਆਦਮੀ ਪਾਰਟੀ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਇਹਨੂੰ ਠੰਡਾ ਨਹੀਂ ਪੈਣ ਦੇਣਗੇ, ਕਿਉਂਕਿ ਇਦਾਂ ਦੇ ਮੁੱਦਿਆਂ ਤੇ ਹੀ ਫਿਰ ਘੱਟੋ ਘੱਟ ਆਉਣ ਵਾਲੇ ਦਿਨਾਂ 'ਚ ਚੁਣਾਵੀ ਚੋਣ ਪ੍ਰਚਾਰ ਜਿਹੜਾ ਹੋਏਗਾ ਉਹਨੂੰ ਭਖਾਇਆ ਜਾਏਗਾ। ਜੀ ਬਿਲਕੁਲ। ਕਰੋਨਾ ਵਾਇਰਸ ਦੀ ਆੜ ਵਿੱਚ ਹਾਲਾਂਕਿ ਬਹੁਤ ਸਾਰੇ ਜਿੱਥੇ ਲੀਡਰ ਲੱਗੇ ਹੋਏ ਆ ਕਿ ਆਪਦਾ ਨੂੰ ਇਹ ਅਫਸਰ ਬਣਾਇਆ ਜਾਵੇ, ਹੋ ਸਕਦਾ ਕਿ ਢਾਲੀਵਾਲ ਦੇ ਮਹੱਲੇ ਵਾਲਿਆਂ ਨੇ ਵੀ ਇਹੀ ਕੰਮ ਕੀਤਾ ਹੋਵੇ। ਖੈਰ ਜਸਵੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ, ਖਬਰਾਂ ਤੇ ਚਰਚਾ ਕਰਨ ਲਈ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮਨਦੀਪ ਜੀ। ਸੋ ਇਹ ਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਖਾਸ ਖਬਰਾਂ ਤੇ ਚਰਚਾ ਕੀਤੀ, ਔਰ ਇਹ ਚਰਚਾ ਸਿਰਫ ਪੰਜਾਬ ਨਹੀਂ, ਅਮਰੀਕਾ, ਕੈਨੇਡਾ, ਹੋਰ ਵੀ ਜਿਹੜੀਆਂ ਮਹੱਤਵਪੂਰਨ ਖਬਰਾਂ ਸੀ ਉਹਨਾਂ ਤੇ ਅਸੀਂ ਇਹ ਚਰਚਾ ਕਰਦੇ ਹਾਂ। ਫਿਲਹਾਲ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਕੱਲ ਫੇਰ ਅਸੀਂ ਇਸੇ ਤਰ੍ਹਾਂ ਵਾਪਸ ਆਵਾਂਗੇ ਕੁਝ ਖਾਸ ਖਬਰਾਂ ਤੇ ਖਾਸ ਚਰਚਾ ਲੈ ਕੇ। ਤਦ ਤੱਕ ਸਾਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ TV ਪੰਜਾਬ।